हाँ जी विद्यार्थियों, सारिਆਂ ਨੂੰ सत श्री अकाल। स्वागत है ਤੁਹਾਡਾ ਸਾਰਿਆਂ ਦਾ ਪੰਜਾਬੀ ਸਾਹਿਤ ਦੀ ਜਮਾਤ ਵਿੱਚ। देखो जी अपने ਆਪਾਂ ਅੱਗੇ ਜਿਹੜਾ ਪੜ੍ਹਨਾ ਟੌਪਿਕ फस्ट ग्रेड ਦੇ ਵਿੱਚ ਵੀ ਹੈ ਤੇ ਸੈਕੰਡ ਗ੍ਰੇਡ ਦੇ ਵਿੱਚ ਵੀ ਦੇ ਰੱਖੇ ਹੈ। ਸਿਲੇਬਸ ਹੈ ਮੇਰੇ ਕੋਲ ਜਸਟ ਹਾਂ ਸਿਲੇਬਸ ਤੁਹਾਨੂੰ ਦਿਖਾਉਣਾ ਮੈਂ ਜਿਹਦੇ ਵਿੱਚ ਹੁਣ ਜਿਹੜਾ ਪਹਿਲਾ ਟੌਪਿਕ ਹੈ ਜਿਵੇਂ ਦੇ ਰੱਖਿਆ ਸੈਕੰਡ ਗ੍ਰੇਡ ਦੇ ਵਿੱਚ ਵੀ ਭਾਸ਼ਾ ਤੇ ਪੰਜਾਬੀ ਭਾਸ਼ਾ ਤਾਂ ਮੈਂ ਸਿੱਧਾ ਹੀ ਲਿਖਤਾ। ਇਹਦੇ ਵਿੱਚ ਭਾਸ਼ਾ ਦੀ ਵੀ ਵਿਆਖਿਆ ਕਰਨੀ ਹੈ, मतलब भाषा की परिभाषा ते विशेषतावां दसणियां ते उस तो बाद पंजाबी भाषा की भी व्याख्या करनी है, मतलब पंजाबी भाषा का निकास विकास ते विशेषतावां भी दसणियां। ये सैकंड ग्रेड दे विच दे रखिया। ये उपर उपर पहला टॉपिक ही दिता होया जदों तुसीं सिलेबस शुरू करदे हो। ते हाँ एक ना ਜਿਹੜੇ ਹੈਗੇ ਆ ਸਾਡੇ फस्ट ग्रेड ਦੇ ਵਿਦਿਆਰਥੀ ਹੈ ਉਹਨਾਂ ਵਾਸਤੇ ਸੁਣ ਲਓ। ਜਿਵੇਂ ਦੇ ਰੱਖਿਆ ਟੌਪਿਕ ਸ਼ੁਰੂ ਦੇ ਵਿੱਚ ਹੀ ਹੈ ਅਣਡਿੱਠੇ ਪਹਿਰਿਆਂ ਤੋਂ ਬਾਅਦ ਦਿੱਤਾ ਹੋਇਆ ਵਿਆਕਰਨ ਵਾਲੇ ਪੋਰਸ਼ਨ 'ਚ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਉਹੀ ਗੱਲ ਆ ਗਈ ਭਾਸ਼ਾ ਅਤੇ ਪੰਜਾਬੀ ਭਾਸ਼ਾ। ਪੰਜਾਬੀ ਦੀਆਂ ਉਪ ਭਾਸ਼ਾਵਾਂ ਦੀ ਕਲਾਸ 'ਤੇ ਆਪਾਂ ਲਵਾਂਗੇ ਹੈ ਨਾ। ਬਹੁਤ ਸਾਰੇ ਆ ਜਿਹੜੇ ਕਾਮਨ ਆ, ਮਤਲਬ ਉਹਨਾਂ ਦੀ ਇਹਨਾਂ ਦੇ ਨਾ ਟੌਪਿਕਾਂ ਦੇ ਨਾਮ ਅੱਡ ਅੱਡ ਹੋ ਸਕਦੇ ਆ। इस गल नूं लैके चिंता नहीं करनी गी, अंदर मैटर है जिहड़ा वो सेम ही है, इक्को ही गल है। ਇਹਦੇ ਤੁਹਾਨੂੰ ਜਿਹੜੇ ਇਹ ਨੋਟਸ ਆ ਇਹ ਐਪ ਦੇ ਵਿੱਚ ਹੀ ਤੁਹਾਨੂੰ ਮਿਲਣਗੇ ਉੱਥੇ, ਕਿਉਂਕਿ ਦੇਖੋ ਮੈਂ ਤਾਂ ਸੋਚਿਆ ਸੀਗਾ ਵੀ ਤੁਹਾਨੂੰ ਉਹਦੇ ਵਿੱਚ ਭੇਜ ਦਿਆ ਕਰੂੰਗਾ ਗਰੁੱਪ ਦੇ ਵਿੱਚ, ਪਰ ਗਰੁੱਪ ਵਾਲਾ ਕੰਮ ਵੀ ਕਾਰਗਰ ਨਹੀਂ ਹੋਇਆ। ਸਟੂਡੈਂਟ ਸਾਰਿਆਂ ਨੇ ਵੀਡੀਓ ਦੇਖੀ ਨਹੀਂ ਗੀ ਉਹ ਗਰੁੱਪ ਵਾਲੀ, ਤੇ ਉਹਦੇ ਵੀ ਸਮੱਸਿਆ ਵੀ ਉਹ ਮੁੜ ਕੇ ਕੱਲ੍ਹ ਹੀ ਮੈਨੂੰ ਕੋਈ ਮੈਸੇਜ ਕਰੀ ਖੜਾ ਸਟੂਡੈਂਟ ਵੀ, ਸਰ ਮੇਰੇ ਕੋਲ ਇੱਕ ਵੀ PDF ਹੈ ਨਹੀਂ, ਗਰੁੱਪ ਦੇ ਵਿੱਚ ਜੁੜਿਆ ਹੀ ਨਹੀਂ, ਵੀਡੀਓ ਨਹੀਂ ਦੇਖਦੇ। ਤਾਂ ਫਿਰ ਇਹ ਵੀ ਸਮੱਸਿਆ ਹੋ ਗਈ, ਕਿਉਂਕਿ ਜ਼ਿਆਦਾ ਉਹਦੇ ਵਿੱਚ ਮੈਂ ਦੇਖਿਆ, ਮਤਲਬ ਮੈਨੂੰ ਦੱਸਿਆ ਸੀਗਾ ਟੀਮ ਨੇ ਸਾਡੀ ਨੇ ਵੀ ਉੱਧਰ ਸਟੂਡੈਂਟ ਆ ਜਿਹੜੇ ਜਿਨ੍ਹਾਂ ਨੇ ਕੋਰਸ ਲੈ ਰੱਖਿਆ ਉਹ ਜ਼ਿਆਦਾ ਆ, ਗਰੁੱਪ ਦੇ ਵਿੱਚ ਤਾਂ ਹੈ ਹੀ ਕੁਛ ਨਹੀਂ, ਗਰੁੱਪ 'ਚ ਬਹੁਤ ਥੋੜ੍ਹੇ। ਇਸ ਕਰਕੇ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ ਗਾ। ਬਾਕੀ ਐਪ ਦੀ ਸਮੱਸਿਆ ਉਹ ਹੱਲ ਹੋ ਜੂਗੀ, ਐਪ ਵਾਲੀ ਕੋਈ ਮਾੜੀ ਮੋਟੀ ਹੁੰਦੀ ਹੈ ਨਾ, ਜਲਦੀ ਆਪਾਂ ਉਹਦੇ 'ਤੇ ਵੀ ਹੱਲ ਹੋ ਜਾਣੀ ਹੈ ਉਹਦੀ ਸਮੱਸਿਆ ਵੀ। ਹਾਂਜੀ ਲਓ ਗੱਲ ਕਰਦੇ ਹਾਂ ਆਪਾਂ ਭਾਸ਼ਾ ਅਤੇ ਪੰਜਾਬੀ ਭਾਸ਼ਾ। ਇਹ ਮੈਂ ਨਹੀਂ ਤੁਹਾਨੂੰ ਕੋਈ ਪਰਸਨਲ ਨਹੀਂ ਭੇਜੂਗਾ ਹੁਣ, ਮੇਰੇ ਕੋਲ ਸਮਾਂ ਬਿਲਕੁਲ ਨਹੀਂ ਹੁੰਦਾ ਗਾ ਹੁਣ, ਅਤੇ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਗੰਗਾ ਨਗਰ ਸ਼ਿਫਟ ਹੋ ਗਿਆ ਅੱਜ ਕੱਲ੍ਹ, ਉੱਥੇ ਹੁੰਦਾ ਮੈਂ। ਇੱਥੇ ਰਹਿਸਾ ਨਗਰ ਮੈਂ ਘੱਟ ਹੀ ਆਉਣਾ ਹੁਣ, ਰਹਿਸਾ ਨਗਰ ਸੈਚਰਡੇ ਸੰਡੇ ਹੀ ਆਉਣਾ, ਕੁਛ ਨਿੱਜੀ ਕਾਰਨਾਂ ਕਰਕੇ ਮੈਂ ਹੋ ਗਿਆ ਗੰਗਾ ਨਗਰ ਸ਼ਿਫਟ। ਖੈਰ ਜੁੜਿਆ ਰਹੂੰਗਾ ਮੈਂ ਸੰਤਵੀਰ ਸਰ ਟੀਮ ਦੇ ਨਾਲ ਜੁੜਿਆ ਹੋਇਆ, ਐਪ ਨਾਲ ਜੁੜੇ ਹੋਏ ਹਾਂ। ਤੁਹਾਡਾ ਵਧੀਆ ਕੰਮ ਆਪਾਂ ਤੁਹਾਨੂੰ ਜਿਵੇਂ ਜਿਵੇਂ ਦੱਸਿਆ ਸੀ ਜੋ ਬਸ ਤੁਸੀਂ ਫੋਲੋ ਕਰਦੇ ਜਾਣਾ, ਕੁਛ ਨਹੀਂ ਹੋਰ, ਬਾਕੀ ਕੋਈ ਪ੍ਰੋਬਲਮ ਨਹੀਂ। ਅਤੇ ਇਹ ਬਾਈ ਤੁਹਾਨੂੰ ਮਿਲ ਹੀ ਜਾਣੇ ਆ ਸਾਰਿਆਂ ਨੂੰ। ਆਹ ਇਹ ਜਿਹੜੇ ਹੈਗੇ ਆ ਨੋਟਸ ਇਹ ਐਪ ਦੇ ਵਿੱਚੋਂ ਹੀ ਤੁਸੀਂ ਉੱਥੋਂ ਹੀ ਡਾਊਨਲੋਡ ਕਰਨੇ ਆ। ਇੱਕੇ ਵਾਰੀ ਸਾਰਿਆਂ ਦੇ ਵਧੀਆ ਉਹ ਐਪ ਸੈੱਟ ਹੋ ਜੂਗੀ, ਡਾਊਨਲੋਡ ਹੋਣ ਲੱਗ ਜਾਣਗੇ। ਕੋਈ ਨਹੀਂ 2 ਦਿਨ ਰੁਕ ਜਾਓ, 4 ਦਿਨ ਰੁਕ ਜਾਓਗੇ, ਹੋਰ ਇਸ ਤੋਂ ਉੱਤੇ ਕੁਛ ਨਹੀਂ ਗਾ। ਸਮਝੋ ਬਸ ਗੱਲਾਂ ਨੂੰ, ਤੁਸੀਂ ਧਿਆਨ ਨਾਲ ਸਮਝਣਾ। ਤੁਸੀਂ ਸਭ ਤੋਂ ਪਹਿਲਾਂ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਸ਼ਾ ਦੀ। ਭਾਸ਼ਾ ਦੇ ਵਿੱਚੋਂ ਪ੍ਰਸ਼ਨ ਜ਼ਰੂਰ ਆਊਗਾ, ਪਿਛਲੀ ਵਾਰੀ ਵੀ ਆਇਆ ਸੀਗਾ, ਕਾਮਨ ਜੀ ਗੱਲ, ਬਹੁਤ ਕਾਮਨ ਗੱਲਾਂ ਨਾ ਤੁਸੀਂ ਸੁਣੀਆਂ ਹੋਈਆਂ ਵੀ ਭਾਸ਼ਾ ਕਹਿੰਦੇ ਕਿਹਨੂੰ ਹੈ ਜੀ। ਭਾਸ਼ਾ ਲੋਕ ਜੀਵਨ ਦਾ ਅਹਿਮ ਅੰਗ ਹੈ, ਮਨੁੱਖੀ ਸੱਭਿਅਤਾ ਦਾ ਸਭ ਤੋਂ ਕੀਮਤੀ ਸਰਮਾਇਆ ਧਨ ਦੌਲਤ ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਸਰਮਾਇਆ ਦਾ ਮਤਲਬ ਹੁੰਦਾ ਧਨ ਦੌਲਤ। ਧਿਆਨ ਰੱਖਿਆ ਕਰੋ ਸ਼ਾਬਦਿਕ ਅਰਥਾਂ ਦੇ। ਉੱਥੇ ਜਦੋਂ ਐਗਜ਼ਾਮ ਦੇ ਵਿੱਚ ਸ਼ਬਦਾਵਲੀ ਜਿਹੜੀ ਲਿਖੀ ਜਾਂਦੀ ਆ ਉਹ ਔਖੀ ਸ਼ਬਦਾਵਲੀ ਲਿਖੀ ਜਾਂਦੀ ਹੁੰਦੀ ਹੈ, ਉਹ ਪੰਜਾਬੀ ਦੇ ਸ਼ਬਦਾਂ ਨੂੰ ਧਿਆਨ 'ਚ ਰੱਖ ਕੇ ਲਿਖੀ ਜਾਂਦੀ ਹੁੰਦੀ ਹੈ, ਹਿੰਦੀ ਜਾਂ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਧਿਆਨ 'ਚ ਨਹੀਂ ਰੱਖਿਆ ਜਾਂਦਾ ਹੁੰਦਾ। ਇਹ ਤੁਸੀਂ ਗੱਲ ਯਾਦ ਰੱਖਣੀ ਹੈ ਮੇਰੀ। ਜਿਹੜਾ ਮੈਂ ਅਰਥ ਤੁਹਾਨੂੰ ਦੱਸਦਾ ਹੁੰਦਾ ਨਾ ਕਈ ਵਾਰੀ, ਇਹਦਾ ਮਤਲਬ ਇਹ ਆ ਵੀ ਬਹੁਤ ਇੰਪੋਰਟੈਂਟ ਆ ਉਹ। ਤੁਹਾਡੇ ਵਿੱਚੋਂ ਬਹੁਤ ਸਾਰੇ ਸਟੂਡੈਂਟ ਨੂੰ ਉਹਦਾ ਅਰਥ ਨਹੀਂ ਪਤਾ ਗਾ। ਇਹਦਾ ਮਤਲਬ ਕਾਮਨ ਗੱਲ ਦਾ ਤਾਂ ਮੈਂ ਦੱਸਦਾ ਹੀ ਨਹੀਂ ਗਾ ਕਿਸੇ ਨੂੰ। ਹੁਣ ਮੈਂ ਮਨੁੱਖ ਦਾ ਥੋੜ੍ਹਾ ਅਰਥ ਤੁਹਾਨੂੰ ਦੱਸੂਗਾ, ਹੈ ਨਾ। ਇਸ ਕਰਕੇ ਸਰਮਾਇਆ ਦਾ ਮਤਲਬ ਹੁੰਦਾ ਧਨ ਜਾਂ ਦੌਲਤ। ਹੁਣ ਇੱਕ ਦੇਖੋ ਭਾਸ਼ਾ ਦੀ ਤੁਸੀਂ ਸਾਧਨ ਵਾਲੀ ਇੱਕ ਪਰਿਭਾਸ਼ਾ ਬੜੀ ਸੁਣੀ ਹੈ ਵੀ ਭਾਸ਼ਾ ਇੱਕ ਸਾਧਨ ਹੈ ਨਾ। ਭਾਸ਼ਾ ਸਾਡੇ ਵਿਚਾਰਾਂ ਜਾਂ ਭਾਵਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਦਾ, ਜਾਂ ਦੂਜਿਆਂ ਦੇ ਭਾਵਾਂ ਜਾਂ ਵਿਚਾਰਾਂ ਨੂੰ ਆਪਣੇ ਮਤਲਬ ਕੀ ਹੈ, ਇੱਕ ਤਾਂ ਪ੍ਰਗਟ ਕਰਨੇ ਆ ਵਿਚਾਰ ਆਪਣੇ, ਇੱਕ ਦੂਜਿਆਂ ਦੇ ਵਿਚਾਰਾਂ ਨੂੰ ਪ੍ਰਾਪਤ ਕਰਨਾ ਹੈ। ਦੂਜਿਆਂ ਦੇ ਵਿਚਾਰਾਂ ਜਾਂ ਭਾਵਾਂ ਨੂੰ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ।
ਆਪਾਂ ਇਹ ਗੱਲ ਸੁਣਦੇ ਆਏ ਹਾਂ ਅੱਜ ਤੱਕ। ਇਹ ਕਾਮਨ ਜੀ ਪਰਿਭਾਸ਼ਾ ਠੀਕ ਹੈ ਵੀ ਭਾਸ਼ਾ ਉਹ ਸਾਧਨ ਹੈ ਜਿਸ ਦੁਆਰਾ ਮਨੁੱਖ ਆਪਣੇ ਵਿਚਾਰ ਤੇ ਭਾਵ ਦੂਜੇ ਤੱਕ ਪਹੁੰਚਾਉਂਦਾ ਹੈ। ਆ ਬਹੁਤ ਕਾਮਨ ਗੱਲਾਂ ਇਹ ਰੀਟ ਦੇ ਵਿੱਚ ਤੁਸੀਂ ਸਾਰਿਆਂ ਨੇ ਪੜ੍ਹੀਆਂ ਹੋਈਆਂ, ਬਹੁਤ ਹੀ ਕਾਮਨ ਹੈ। ਜਿਹੜੀ ਗੱਲ ਆਪਾਂ ਕਰਨੀ ਆਪਾਂ ਥੋੜ੍ਹੀ ਜਿਹੀ ਉੱਪਰ ਵਾਲੇ ਲੈਵਲ ਦੀ ਗੱਲ ਕਰਨੀ ਹੈ। ਆ ਜਾਓ ਜੀ ਗੱਲ ਕਰਦੇ ਹਾਂ। ਹਾਂ, ਆਪਣੀ ਗੱਲ ਸਮਝਾਉਣ ਵਾਸਤੇ ਦੇਖੋ ਬੜੀ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਇੱਥੇ ਦੱਸੂਗਾ। ਮੈਂ ਗੱਲ ਬਹੁਤ ਜ਼ਰੂਰੀ ਲਿਖੀ ਆ। ਮੈਂ ਇੱਕ ਪ੍ਰਸ਼ਨ ਦੇਖਿਆ ਸੀ ਇੱਕ ਵਾਰ, ਤਾਂ ਮੈਂ ਕਿਹਾ ਚਲੋ ਇਹ ਵੀ ਤੁਹਾਨੂੰ ਦੱਸਦਾ ਜਾਊਂਗਾ ਨਾਲ, ਬਹੁਤ ਇੰਪੋਰਟੈਂਟ ਹੈ ਇਹ। ਆਪਣੀ ਗੱਲ ਸਮਝਾਉਣ ਵਾਸਤੇ ਆਪਾਂ ਕਈ ਵਾਰੀ ਸ਼ੈਂਤਾਂ ਦੀ ਵਰਤੋਂ ਕਰ ਲੈਂਦੇ ਹਾਂ, ਚਿੰਨ੍ਹਾਂ ਦੀ, ਇਸ਼ਾਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਹ ਵਿਧੀ ਪੂਰਨ ਤੌਰ 'ਤੇ ਸੰਚਾਰ ਦੇ ਸਮਰੱਥ ਨਹੀਂ ਹੈ। ਧਿਆਨ ਰੱਖਣਾ ਤੁਸੀਂ ਇਹ ਗੱਲ ਵੀ ਆਪਾਂ ਕਈ ਵਾਰੀ ਸ਼ੈਂਤ ਨਾਲ ਕੰਮ ਚਲਾ ਲੈਂਦੇ ਹਾਂ, ਹੈ ਨਾ। ਸ਼ੈਂਤ ਮਤਲਬ ਇਸ਼ਾਰੇ ਨਾਲ, ਇਸ਼ਾਰਾ ਕਰਕੇ ਕਿਸੇ ਨਾਲ ਆਪਾਂ ਗੱਲ ਆਪਣੀ ਗੱਲ ਆ ਜਿਹੜੀ ਆਪਣਾ ਮੈਸੇਜ ਆ ਆਪਾਂ ਸਾਹਮਣੇ ਵਾਲੇ ਤੱਕ ਪਹੁੰਚਾ ਲੈਂਦੇ ਹਾਂ, ਦੂਸਰੇ ਦਾ ਮੈਸੇਜ ਵੀ ਪ੍ਰਾਪਤ ਕਰ ਸਕਦੇ ਹਾਂ। ਪਰ ਧਿਆਨ ਰੱਖਣਾ ਇਹ ਜਿਹੜੀ ਵਿਧੀ ਹੈ ਤੁਹਾਡੀ ਸ਼ੈਂਤਾਂ, ਚਿੰਨ੍ਹ, ਇਸ਼ਾਰੇ ਕਰਨੇ, ਇਹ ਪੂਰਨ ਤੌਰ 'ਤੇ ਸੰਚਾਰ ਦੇ ਸਮਰੱਥ ਨਹੀਂ ਹੈ। ਇਸ ਲਈ ਭਾਸ਼ਾ ਭਾਵਾਂ ਨੂੰ ਪ੍ਰਗਟਾਉਣ ਵਾਸਤੇ ਸਭ ਤੋਂ ਵੱਧ ਸਫਲ ਸਾਧਨ ਹੈ। ਪ੍ਰਸ਼ਨ ਇਹ ਬਣਿਆ ਸੀਗਾ ਵੀ ਭਾਵਾਂ ਨੂੰ ਪ੍ਰਗਟਾਉਣ ਵਾਸਤੇ ਕਿਹੜੇ ਸਾਧਨ ਵਰਤੇ ਜਾਂਦੇ ਹਨ, ਜਾਂ ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਕਿਹੜੇ ਸਾਧਨ ਦੀ ਵਰਤੋਂ ਕੀਤੀ ਜਾਂਦੀ ਹੈ। ਉਹਦੇ ਵਿੱਚ ਕੀ ਸੀਗਾ ਵੀ ਭਾਸ਼ਾ ਆਪਸ਼ਨ ਪਾਇਆ ਸੀਗਾ, ਉਸ ਤੋਂ ਬਾਅਦ ਇੱਕ ਪਾਇਆ ਸੀਗਾ ਸ਼ੈਂਤਾਂ, ਇੱਕ ਇਸ਼ਾਰੇ ਪਾਤਾ, ਇੱਕ ਥੱਲੇ ਲਿਖਤਾ ਉਪਰੋਕਤ ਸਾਰੇ ਹੀ ਸਹੀ। ਤਾਂ ਬਹੁਤ ਸਾਰੇ ਮੇਰੇ ਵਰਗੇ ਬੈਠੇ ਸੀ, ਉਹਨਾਂ ਨੇ ਉਹ ਕਹਿੰਦੇ ਵੀ ਲੈ ਵੀ ਆਪਾਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ, ਮੰਨ ਲਓ ਭਾਵਾਂ ਦਾ ਸੰਚਾਰ ਕਰਨਾ, ਅਤੇ ਭਾਵਾਂ ਦਾ ਸੰਚਾਰ ਤਾਂ ਹੋ ਜਾਂਦਾ ਸ਼ੈਂਤਾਂ ਨਾਲ, ਇਸ਼ਾਰਿਆਂ ਨਾਲ। ਜਿਹੜੇ ਬਾਹਰੇ ਸ਼ੈਂਤਾਂ ਮਾਰਦੇ ਹੁੰਦੇ ਸੀ ਉਹਨਾਂ ਨੇ ਜਾ ਕੇ ਉੱਥੇ ਸਹੀ ਕਰਤਾ, ਉਹ ਉਪਰੋਕਤ ਸਾਰੇ ਕਰ ਰਹੇ। ਅਤੇ ਅਸਲ ਦੇ ਵਿੱਚ ਸਹੀ ਉੱਤਰ ਕੀ ਸੀ ਆ ਦੇਖ ਲਓ। ਇਹਦੇ ਆ ਜਿਹੜੀ ਗੱਲ ਤੁਸੀਂ 3 ਲਾਈਨਾਂ ਜਦੋਂ ਪੜ੍ਹੋਗੇ ਤਾਂ ਤੁਹਾਡੀ ਸਥਿਤੀ ਕਲੀਅਰ ਹੋ ਜਾਊਗੀ ਵੀ ਭਾਵਾਂ ਨੂੰ ਪ੍ਰਗਟ ਕਰਨ ਵਾਸਤੇ ਜੇ ਕੋਈ ਸਭ ਤੋਂ ਵੱਧ ਸਫਲ ਚੀਜ਼ ਹੈ ਤਾਂ ਉਹ ਭਾਸ਼ਾ ਹੈ। ਆਪਾਂ ਭਾਸ਼ਾ ਦੀ ਗੱਲ ਕਰ ਰਹੇ ਹਾਂ, ਇਹਨਾਂ ਦਾ ਤਾਂ ਆਪਣਾ ਕੰਮ ਹੀ ਕੋਈ ਨਹੀਂ, ਸ਼ੈਂਤਾਂ, ਚਿੰਨ੍ਹ ਅਤੇ ਇਸ਼ਾਰੇ, ਹੈ ਨਾ। ਕਈ ਵਾਰੀ ਇਹਨਾਂ ਦਾ ਗਲਤ ਵੀ ਅਰਥ ਨਿਕਲ ਜਾਂਦਾ, ਸ਼ੈਂਤ ਜਾਂ ਇਸ਼ਾਰੇ ਦਾ ਕੁੱਟ ਵੀ ਪੈ ਜਾਂਦੀ ਹੈ ਕਈ ਵਾਰੀ। ਸੋ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਤੋਂ ਆਪਾਂ ਨੂੰ ਬਚ ਕੇ ਰਹਿਣਾ। ਹਾਂਜੀ, ਅੱਗੇ ਨੋਟ ਲਾ ਕੇ ਇੱਕ ਗੱਲ ਲਿਖੀ ਹੈ ਮੈਂ ਵੀ ਭਾਸ਼ਾਈ ਸ਼ਬਦਾਂ ਦੇ ਇਤਿਹਾਸ ਦੇ ਅਧਿਐਨ ਨੂੰ ਨਿਰੁਕਤੀ ਆਖਦੇ ਹਨ। ਨਿਰੁਕਤੀ ਸ਼ਬਦ ਮੈਂ ਕਿਹਾ ਤੁਸੀਂ ਨਾ ਬਹੁਤ ਸਾਰੇ ਪੜ੍ਹਦੇ ਹੋਵੋਗੇ ਬੁੱਕਸ, ਹੈ ਨਾ, ਪੰਜਾਬੀ ਭਾਸ਼ਾ ਦੀਆਂ, ਭਾਸ਼ਾ ਵਿਗਿਆਨ ਦੀਆਂ, ਹੈ ਨਾ। ਤੁਹਾਡੇ ਕੋਲ ਮੈਟਰ ਇਕੱਠਾ ਹੋਣਾ ਕਿਉਂਕਿ ਬਥੇਰੇ YouTube 'ਤੇ ਲੱਗੇ ਪਏ ਦਿਖਾਉਣ, ਹੈ ਨਾ, ਵੀ ਆਹ ਕਿਤਾਬ ਪੜ੍ਹ ਲਓ, ਉਹ ਕਿਤਾਬ ਪੜ੍ਹ ਲਓ। ਫਿਰ ਅਸੀਂ ਵੀ ਪਿੱਛੇ ਭੱਜ ਕੇ ਜਾਂਦੇ ਹਾਂ ਵੀ ਆਹ ਵੀ ਲੈ ਆਈਏ, ਉਹ ਵੀ ਲੈ ਆਈਏ, ਹੈ ਨਾ। ਅਸਲ 'ਚ ਪਤਾ ਉਹਨਾਂ ਨੂੰ ਵੀ ਨਹੀਂ ਹੁੰਦਾ, ਵੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਗਾ ਵੀ ਸਿਲੈਕਟਿਵ ਮੈਟਰ ਕਿਹੜੀ ਕਿਤਾਬ ਦੇ ਵਿੱਚੋਂ ਅਸੀਂ ਚੱਕਣਾ। ਨਿਰੁਕਤੀ ਸ਼ਬਦ ਵਾਰੀ ਮੈਂ ਸੋਚਿਆ ਆਊਗਾ, ਅਤੇ ਇਹ ਐਟਮੋਲੋਜੀ ਕਹਿੰਦੇ ਆ ਇਹਨੂੰ, ਐਟੀਮੋਲੋਜੀ। ਭਾਸ਼ਾਈ ਸ਼ਬਦਾਂ ਦੇ ਇਤਿਹਾਸ ਦੇ ਅਧਿਐਨ ਨੂੰ ਨਿਰੁਕਤੀ ਜਾਂ ਐਟੀਮੋਲੋਜੀ ਆਖਦੇ ਹਨ। ਧਿਆਨ ਰੱਖਣਾ, ਭਾਸ਼ਾਈ ਸ਼ਬਦਾਵਲੀ ਹੈ ਜਿਹੜੀ, ਉਹਦੇ ਇਤਿਹਾਸਕ ਅਧਿਐਨ ਨੂੰ ਨਿਰੁਕਤੀ ਕਿਹਾ ਜਾਂਦਾ ਹੈ। ਹੁਣ ਆਪਾਂ ਗੱਲ ਕਰਨੀ ਆ ਭਾਸ਼ਾ ਦੀ ਨਿਰੁਕਤੀ ਦੀ, ਵੀ ਭਾਸ਼ਾ ਦੇ ਆਪਾਂ ਸ਼ਬਦਾਂ ਦੇ ਜਦੋਂ ਇਤਿਹਾਸਿਕ ਅਧਿਐਨ ਨੂੰ ਧਿਆਨ 'ਚ ਰੱਖਾਂਗੇ ਉਦੋਂ ਭਾਸ਼ਾ ਦੇ ਆਪਾਂ ਵੇਖਾਂਗੇ ਵੀ ਭਾਸ਼ਾ ਦੀ ਉਤਪਤੀ ਹੈ ਜਿਹੜੀ ਉਹ ਕਿਹੜੇ ਸ਼ਬਦਾਂ ਤੋਂ ਹੁੰਦੀ ਹੈ। ਉਸ ਸਥਿਤੀ ਦੇ ਵਿੱਚ ਆਪਾਂ ਕੀ ਕਰਾਂਗੇ, ਆਪਾਂ ਵੱਖ-ਵੱਖ ਸ਼ਬਦ ਚੁਣਾਂਗੇ। ਤਾਂ ਬਹੁਤ ਸਾਰੇ ਸ਼ਬਦ ਹੈ ਜਿਹੜੇ, ਜਦੋਂ ਤੁਹਾਨੂੰ ਪਤਾ ਹੈ ਵੀ ਭਾਸ਼ਾ ਦਾ ਸੰਬੰਧ ਸਾਡੀ ਜੀਭ ਦੇ ਨਾਲ ਹੈ, ਇਸ ਕਰਕੇ ਬਹੁਤ ਸਾਰੇ ਸ਼ਬਦ ਜੀਭਵਾਚੀ ਜਾਂ ਬੋਲਵਾਚੀ ਹੁੰਦੇ ਆ। ਧਿਆਨ ਰੱਖਣਾ ਤੁਸੀਂ, ਦੇਖੋ ਕਿਵੇਂ ਜੇ ਤੁਸੀਂ ਕਹੋ ਵੀ ਅੰਗਰੇਜ਼ੀ ਦੇ ਵਿੱਚ ਭਾਸ਼ਾ ਨੂੰ ਕਿਹਾ ਜਾਂਦਾ ਟੰਗ, ਅਤੇ ਟੰਗ ਦਾ ਸ਼ਾਬਦਿਕ ਅਰਥ ਜ਼ਬਾਨ ਹੀ ਹੁੰਦਾ ਹੈ ਨਾ। ਹਾਂ, ਲਾਤੀਨੀ ਦੇ ਵਿੱਚ ਇਹਨੂੰ ਲਿੰਗਵਾ ਕਿਹਾ ਜਾਂਦਾ ਹੈ ਨਾ। ਲਿੰਗਵਾ ਤੋਂ ਹੀ ਅੱਗੇ ਲੈਂਗੁਏਜ ਸ਼ਬਦ ਬਣਿਆ। ਭਾਸ਼ਾ ਨੂੰ ਕਹਿ ਰਿਹਾ ਵੀ ਮੈਂ ਭਾਸ਼ਾ ਨੂੰ ਕਿਹੜੀਆਂ ਭਾਸ਼ਾਵਾਂ 'ਚ ਕੀ ਕਿਹਾ ਜਾਂਦਾ। ਲਾਤੀਨੀ ਵਿੱਚ ਇਹਨੂੰ ਲਿੰਗਵਾ ਕਿਹਾ ਜਾਂਦਾ, ਅਤੇ ਲਿੰਗਵਾ ਦਾ ਸ਼ਾਬਦਿਕ ਅਰਥ ਜੀਭ ਹੀ ਹੁੰਦਾ। ਅੱਗੇ ਦੇਖੋ ਉਰਦੂ ਫਾਰਸੀ ਦੇ ਵਿੱਚ ਭਾਸ਼ਾ ਨੂੰ ਕਿਹਾ ਜਾਂਦਾ ਜ਼ਬਾਨ ਹੀ ਹੈ, ਅਤੇ ਅਰਬੀ ਦੇ ਵਿੱਚ ਇਸ ਨੂੰ ਲਿਸਾਨ ਕਿਹਾ ਜਾਂਦਾ। ਇਹ ਹੁਣ ਟੰਗ, ਲਿੰਗਵਾ, ਜ਼ਬਾਨ ਅਤੇ ਲਿਸਾਨ, ਇਹ ਚਾਰੇ ਦੇ ਚਾਰੇ ਸ਼ਬਦ ਹੈ ਜਿਹੜੇ ਇਹ ਜੀਭਵਾਚੀ ਹੈ, ਬੋਲਵਾਚੀ ਹੈ। ਇਹਨਾਂ ਦਾ ਸੰਬੰਧ ਜੀਭ ਦੇ ਨਾਲ ਹੈ, ਅਤੇ ਜੀਭ ਦੇ ਦੁਆਰਾ ਆਪਾਂ ਕੀ ਕਰਦੇ ਹਾਂ, ਬੋਲਦੇ ਹਾਂ। ਇਸ ਕਰਕੇ ਜੀਭਵਾਚੀ ਅਤੇ ਬੋਲਵਾਚੀ ਦੋਨੋਂ ਸਮਾਨਾਰਥੀ ਰੂਪ ਵਿੱਚ ਲਿਖੇ ਆ। ਮੈਂ ਆਹ ਥੋੜ੍ਹੀ ਜਿਹੀ ਤੁਸੀਂ ਧਿਆਨ 'ਚ ਰੱਖਣੀ ਹੈ ਗੱਲ ਵੀ ਨਿਰੁਕਤੀ ਦੇ ਪੱਖ ਤੋਂ ਭਾਸ਼ਾ ਦੇ ਸਾਰੇ ਸ਼ਬਦ ਹੈ ਜਿਹੜੇ ਇਹ ਕਿਹੜੇ ਆ ਜੀ, ਦੱਸੋ। ਜੀਭਵਾਚੀ ਹੈ ਨਾ, ਇਹਦਾ ਉੱਤਰ ਤੁਹਾਡਾ ਜੀਭਵਾਚੀ ਹੋਣਾ ਚਾਹੀਦਾ। ਆਹ ਥੋੜ੍ਹਾ ਜਿਹਾ ਧਿਆਨ 'ਚ ਰੱਖਣਾ। ਅੰਗਰੇਜ਼ੀ ਦੇ ਵਿੱਚ ਟੰਗ, ਲਾਤੀਨੀ 'ਚ ਲਿੰਗਵਾ, ਉਰਦੂ ਫਾਰਸੀ 'ਚ ਜ਼ਬਾਨ ਅਤੇ ਅਰਬੀ 'ਚ ਲਿਸਾਨ। ਪੰਜਾਬੀ ਹਿੰਦੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਭਾਸ਼ਾ ਹੀ ਕਿਹਾ ਜਾਂਦਾ ਇਸ ਨੂੰ।
ਭਾਸ਼ਾ ਦੀ ਪਰਿਭਾਸ਼ਾ ਜਿਹੜੀ ਕੁੱਲ ਮੈਂ 10 ਪਰਿਭਾਸ਼ਾਵਾਂ ਲਿਖੀਆਂ ਇੱਥੇ। 10 ਦੀਆਂ 10 ਪਰਿਭਾਸ਼ਾਵਾਂ ਤੁਸੀਂ ਯਾਦ ਰੱਖਣੀਆਂ, ਚੇਤੇ ਰੱਖਣੀਆਂ। 10 ਸਾਡੇ ਭਾਸ਼ਾ ਵਿਗਿਆਨੀਆਂ ਦੀਆਂ ਪਰਿਭਾਸ਼ਾਵਾਂ 10 ਦੀਆਂ 10। ਅੱਜ ਗੱਲ ਕਰਦੇ ਇਹਨਾਂ 'ਤੇ। ਹਾਲ ਕਹਿੰਦਾ ਭਾਸ਼ਾ ਇੱਕ ਸੰਸਥਾ ਹੈ। ਬਸ ਇੰਨੀ ਗੱਲ ਹੀ ਕਹੀ ਹੈ ਇਹਨੇ। ਭਾਸ਼ਾ ਨੂੰ ਸੰਸਥਾ ਕਹਿਣ ਵਾਲਾ ਕੌਣ ਹੈ? ਹਾਲ। ਠੀਕ ਹੈ ਬਈ। ਹਾਂ, ਨੋਆਮ ਚਮਸਕੀ ਦੇ ਬਾਰੇ ਤਾਂ ਆਪਾਂ ਪੜ੍ਹਾਂਗੇ ਹੀ, ਹੈ ਨਾ। ਨੋਆਮ ਚਮਸਕੀ ਅਤੇ ਸ਼ੋਸ਼ੀਓਰ ਇਹ ਦੋਨੇ ਫਸਟ ਗ੍ਰੇਡ ਦੇ ਵਿੱਚ ਦੇ ਰੱਖੇ ਆ, ਇਸ ਕਰਕੇ ਇਹਨਾਂ ਬਾਰੇ ਤਾਂ ਪੜ੍ਹਾਂਗੇ। ਮੈਨੂੰ ਲੱਗਦਾ ਵੀ ਸ਼ੋਸ਼ੀਓਰ ਦੀ ਤਾਂ ਮੈਂ ਕਲਾਸ ਰਿਕਾਰਡ ਕਰ ਚੁੱਕਿਆ। ਹਾਂ, ਇਹ ਵੀ ਮਿਲ ਜੂਗੀ, ਮਿਲ ਹੀ ਗਈ ਹੋਣੀ ਸ਼ਾਇਦ ਤੁਹਾਨੂੰ। ਨੋਆਮ ਚਮਸਕੀ ਕਹਿੰਦਾ ਵੀ ਭਾਸ਼ਾ ਇੱਕ ਵਾਕਾਂ ਦਾ ਸਮੂਹ ਹੈ। ਨੋਆਮ ਚਮਸਕੀ ਬਸ ਸੈਕੰਡ ਗ੍ਰੇਡ ਵਾਲਿਆਂ ਨੇ ਸਿੱਧਾ ਚੇਤੇ ਰੱਖਣਾ ਇਹਨੂੰ, ਫਸਟ ਗ੍ਰੇਡ ਵਾਲੇ ਵੇਖ ਹੀ ਲੈਣਗੇ ਵੀ ਕਿਵੇਂ ਇੱਕ ਵਾਕਾਂ ਦਾ ਸਮੂਹ ਹੈ। ਜਦੋਂ ਆਪਾਂ ਨੋਆਮ ਚਮਸਕੀ ਦਾ ਰੂਪਾਂਤਰੀ ਵਿਆਕਰਣ ਪੜ੍ਹਾਂਗੇ ਉਹਦੇ ਵਿੱਚ ਵਾਕਾਂ ਦੀ ਗੱਲ ਕਰੂਗਾ ਉਹ। ਭਾਸ਼ਾ ਨੂੰ ਵਾਕਾਂ ਦਾ ਸਮੂਹ ਦੱਸਿਆ ਉਹਨੇ। ਸ਼ੋਸ਼ੀਓਰ, ਫਰਦੀਨਾ ਦਾ ਸ਼ੋਸ਼ੀਓਰ ਪੂਰਾ ਨਾਮ ਹੈ ਇਹਦਾ। ਇਹਨੇ ਕਿਹਾ ਵੀ ਭਾਸ਼ਾ ਇੱਕ ਚਿੰਨ੍ਹਾਂ ਦੀ ਪ੍ਰਣਾਲੀ ਹੈ ਨਾ, ਚਿੰਨ੍ਹਾਂ ਦੀ ਵਿਵਸਥਾ ਹੈ ਜਾਂ ਚਿੰਨ੍ਹਾਂ ਦਾ ਪ੍ਰਬੰਧ ਹੈ। ਜੌਨ ਲਾਈਨਜ਼ ਨਾਮ ਸੁਣਿਆ ਹੋਇਆ ਤੁਸੀਂ। ਭਾਸ਼ਾ ਕਹਿੰਦਾ ਵੀ ਸੰਬੰਧਾਂ ਦੀ ਵਿਵਸਥਾ ਹੈ। ਹੈਲੀਡੇ ਨੇ ਕਹੀ ਹੈ ਇਹ ਗੱਲ ਵੀ ਭਾਸ਼ਾ ਸਿਸਟਮਾਂ ਦਾ ਸਿਸਟਮ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੈਲੀਡੇ ਨੇ ਇੱਕ ਵਧੀਆ ਜੀ ਪਰਿਭਾਸ਼ਾ ਦਿੱਤੀ। ਉਹ ਕਹਿੰਦਾ ਵੀ ਭਾਸ਼ਾ ਇੱਕ ਸਿਸਟਮਾਂ ਦਾ ਸਿਸਟਮ ਹੈ, ਪ੍ਰਬੰਧਾਂ ਦਾ ਪ੍ਰਬੰਧ ਹੈ। ਸਿਸਟਮ ਪ੍ਰਬੰਧ ਨੂੰ ਕਿਹਾ ਜਾਂਦਾ। ਮਾਲਬਰਗ ਕਹਿੰਦਾ ਵੀ ਭਾਸ਼ਾ ਇੱਕ ਸੰਚਾਰ ਪ੍ਰਬੰਧ ਹੈ। ਸੀਐਲ ਬਾਰਬਰ ਨਾ ਹੀ ਹੁੰਦਾ ਹੈ ਨਾ ਅੰਗਰੇਜ਼ੀ। ਸੀਐਲ ਬਾਰਬਰ ਕਹਿੰਦਾ ਵੀ ਭਾਸ਼ਾ ਹੈਗੀ ਹੈ ਇੱਕ ਚਿੰਨ੍ਹਕਾਰੀ ਸਿਸਟਮ। ਸੰਚਾਰ ਪ੍ਰਬੰਧ ਕਹਿਣ ਵਾਲਾ ਮਾਲਬਰਗ ਹੈ, ਚਿੰਨ੍ਹਕਾਰੀ ਸਿਸਟਮ ਕਹਿਣ ਵਾਲਾ ਸੀਐਲ ਮਾਲਬਰਗ ਹੈ। ਬਲਾਕ ਤੇ ਟ੍ਰਿਗਰ ਕੀ ਕਹਿੰਦੇ ਆ ਬਾਈ? ਬਲਾਕ ਤੇ ਟ੍ਰਿਗਰ ਕਹਿੰਦੇ ਵੀ ਭਾਸ਼ਾ ਆਪ ਹੁਦਰੇ ਧੁਨੀ ਚਿੰਨ੍ਹਾਂ ਦਾ ਪ੍ਰਬੰਧ ਹੈ। ਜਿਹੜੀ ਭਾਸ਼ਾ ਹੈ ਉਹ ਆਪ ਹੁਦਰੇ ਧੁਨੀ ਚਿੰਨ੍ਹਾਂ ਦਾ ਇੱਕ ਪ੍ਰਬੰਧ ਹੈ। ਲਓ ਜੀ, ਆਪ ਹੁਦਰੇ ਦਾ ਮਤਲਬ ਹੁੰਦਾ ਮਨਮਾਨੇ। ਜਿਹੜੀ ਚੀਜ਼ 'ਤੇ ਕੋਈ ਕੰਟਰੋਲ ਨਾ ਹੋਵੇ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਮਨਮਾਨਾ, ਮਨਮਰਜ਼ੀ ਵਾਲਾ, ਮਨਮਰਜ਼ੀ ਦਾ ਮਾਲਕ। ਆਪ ਹੁਦਰੇ ਦਾ ਸ਼ਾਬਦਿਕ ਅਰਥ ਹੁੰਦਾ ਮਨਮਾਨਾ। ਮਨਮਾਨੇ ਆ ਚਿੰਨ੍ਹ। ਆ ਜਾਊਗਾ ਅੱਗੇ ਗੱਲ, ਤੁਹਾਨੂੰ ਦੱਸ ਦੂੰਗਾ। ਸੈਕੰਡ ਗ੍ਰੇਡ ਵਾਲੇ ਫਸਟ ਗ੍ਰੇਡ ਵਾਲਿਆਂ ਨੇ ਤਾਂ ਸੁਣ ਹੀ ਲਈ ਹੈ। ਅਸਲ 'ਚ ਤੁਸੀਂ ਮੈਨੂੰ ਲੱਗਦਾ ਹਾਂ ਬਿਲਕੁਲ ਇਹ ਜਿਹੜਾ ਉਹ ਸ਼ੋਸ਼ੀਓਰ ਦੀ ਜਦੋਂ ਆਪਾਂ ਗੱਲ ਕੀਤੀ ਸੀਗੀ ਉਦੋਂ ਪੜ੍ਹ ਚੁੱਕੇ ਹਾਂ ਆਪਾਂ। ਅੱਗੇ ਫੇਰ ਆ ਜੂਗੀ। ਸੈਕੰਡ ਗ੍ਰੇਡ ਦੇ ਵਿਦਿਆਰਥੀ ਵੀ ਇਸ ਚੀਜ਼ ਨੂੰ ਸਮਝ ਲੈਣਗੇ ਵੀ ਕਿਵੇਂ ਇਹਨੂੰ ਆਪ ਹੁਦਰੇ ਧੁਨੀ ਚਿੰਨ੍ਹਾਂ ਦਾ ਪ੍ਰਬੰਧ ਕਿਹਾ ਜਾਂਦਾ। ਬਲਾਕ ਤੇ ਟ੍ਰਿਗਰ ਨੇ ਇਹ ਗੱਲ ਕਹੀ ਹੈ ਅਤੇ ਇਸ ਚੀਜ਼ ਨੂੰ ਪੂਰਾ ਮਤਲਬ ਸ਼ਾਨਦਾਰ ਤਰੀਕੇ ਨਾਲ ਦੱਸਣ ਵਾਲਾ ਸ਼ੋਸ਼ੀਓਰ ਹੈ। ਅੱਗੇ ਆਟੋ ਜੈਸਪਰਸਨ ਕੀ ਆਂਦਾ ਕਿ ਭਾਸ਼ਾ ਇੱਕ ਮਨੁੱਖੀ ਕਿਰਿਆ ਹੈ ਜਿਸ ਦਾ ਮਨੋਰਥ ਭਾਵਾਂ ਅਤੇ ਵਿਚਾਰਾਂ ਦਾ ਸੰਚਾਰ ਕਰਨਾ ਹੈ। ਮਨੋਰਥ ਤੁਹਾਨੂੰ ਪਤਾ ਹੀ ਹੈ ਨਾ, ਮਨੋਰਥ ਦਾ ਅਰਥ ਹੁੰਦਾ ਉਦੇਸ਼। ਉਦੇਸ਼ ਕੀ ਹੈ ਜੀ? ਭਾਵਾਂ ਅਤੇ ਵਿਚਾਰਾਂ ਦਾ ਸੰਚਾਰ ਕਰਨਾ ਹੈ। ਸਾਪਿਰ ਨੇ ਕੀ ਪਰਿਭਾਸ਼ਾ ਦਿੱਤੀ ਹੈ? ਸਾਪਿਰ ਨੇ ਕਿਹੜਾ ਸੱਪ ਕੱਢਿਆ ਦੇਖਦੇ ਹਾਂ। ਸਵੈ ਇੱਛਾ ਨਾਲ ਪੈਦਾ ਕੀਤੇ ਪ੍ਰਤੀਕਾਂ ਰਾਹੀਂ ਵਿਚਾਰਾਂ, ਭਾਵਾਂ ਅਤੇ ਇੱਛਾਵਾਂ ਦੇ ਸੰਚਾਰ ਦਾ ਸ਼ੁੱਧ ਮਾਨਵੀ ਅਤੇ ਗੈਰ ਜਮਾਂਦਰੂ ਢੰਗ ਹੈ। ਲਓ ਜੀ, ਇਹ ਸਾਪਿਰ ਨੇ ਅੱਗੇ ਨੋਟ ਲਾ ਕੇ ਲਿਖੀ ਹੈ। ਤੁਹਾਨੂੰ ਪਤਾ ਹੀ ਹੈ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਪੰਜਾਬੀ ਦਾ ਪ੍ਰਸਿੱਧ ਭਾਸ਼ਾ ਵਿਗਿਆਨੀ ਹੈ। ਉਹਨੇ ਸਾਰੀਆਂ ਜਿਹੜੀਆਂ ਪਰਿਭਾਸ਼ਾਵਾਂ ਆ ਜਿਹੜੀਆਂ ਇਹਨਾਂ ਨੂੰ ਉਹਨੇ 5 ਭਾਗਾਂ ਦੇ ਵਿੱਚ ਵੰਡਿਆ। ਧਿਆਨ ਰੱਖਣਾ। ਮਾਧਿਅਮ ਮੁੱਖ ਪਰਿਭਾਸ਼ਾਵਾਂ, ਸਿਸਟਮ ਮੁੱਖ ਪਰਿਭਾਸ਼ਾਵਾਂ, ਬਣਤਰ ਮੁੱਖ, ਖੁਦ ਮੁਖਤਾਰ ਹੋਂਦ ਮੂਲਕ ਪਰਿਭਾਸ਼ਾਵਾਂ ਅਤੇ ਚਿੰਨ੍ਹ ਮੂਲਕ। ਇਹ 5 ਭਾਗਾਂ ਦੇ ਵਿੱਚ ਇਹਨੇ ਵੰਡਿਆ ਇਹਨਾਂ ਪਰਿਭਾਸ਼ਾਵਾਂ ਨੂੰ। ਪ੍ਰੇਮ ਪ੍ਰਕਾਸ਼ ਕਹਿੰਦਾ ਵੀ ਅੱਜ ਤੱਕ ਦੇ ਜਿੰਨੇ ਭਾਸ਼ਾ ਵਿਗਿਆਨੀ ਹੋਏ ਆ ਕਿਸੇ ਨੇ ਤਾਂ ਭਾਸ਼ਾ ਦੀ ਮਾਧਿਅਮ ਮੁੱਖ ਪਰਿਭਾਸ਼ਾ ਦਿੱਤੀ ਹੈ। ਮਤਲਬ ਜੇ ਕਿਸੇ ਨੇ ਕਿਹਾ ਆ ਵੀ ਜਿਹੜੀ ਭਾਸ਼ਾ ਹੈ ਉਹ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਇੱਕ ਮਾਧਿਅਮ ਹੈ, ਇਹ ਹੋ ਗਈ ਮਾਧਿਅਮ ਮੁੱਖ ਪਰਿਭਾਸ਼ਾ। ਸਿਸਟਮ ਮੁੱਖ, ਜੇ ਕਿਸੇ ਨੇ ਕਿਹਾ ਵੀ ਭਾਸ਼ਾ ਇੱਕ ਸਿਸਟਮ ਹੈ, ਭਾਸ਼ਾ ਇੱਕ ਵਿਵਸਥਾ ਹੈ। ਸਿਸਟਮ ਦਾ ਸ਼ਾਬਦਿਕ ਅਰਥ ਵਿਵਸਥਾ ਬਈ, ਇੰਗਲਿਸ਼ ਦਾ ਸ਼ਬਦ ਹੈ ਸਿਸਟਮ। ਸਿਸਟਮ ਵਿਵਸਥਾ ਹੈ। ਜੇ ਕਿਸੇ ਨੇ ਵਿਵਸਥਾ ਵਾਲੀ, ਸਿਸਟਮ ਵਾਲੀ। ਜੇ ਕਿਸੇ ਨੇ ਭਾਸ਼ਾ ਦੀ ਬਣਤਰ, ਬਨਾਵਟ ਦੀ ਪਰਿਭਾਸ਼ਾ ਦਿੱਤੀ ਤਾਂ ਉਹਨੇ ਬਨਾਵਟ ਨੂੰ ਧਿਆਨ 'ਚ ਰੱਖ ਕੇ ਤਾਂ ਉਹਨੂੰ ਬਣਤਰ ਮੁੱਖ ਪਰਿਭਾਸ਼ਾ ਕਹਿਤਾ। ਖੁਦ ਮੁਖਤਾਰ ਹੋਂਦ ਮੂਲਕ। ਖੁਦ ਮੁਖਤਾਰ ਮਤਲਬ ਕੀ ਹੁੰਦਾ? ਜਿਸ ਦੇ ਉੱਪਰ ਆਪਣਾ ਖੁਦ ਦਾ ਅਧਿਕਾਰ ਹੋਵੇ, ਖੁਦ ਦੀ ਮੁਖਤਿਆਰੀ ਹੋਵੇ, ਖੁਦ ਦਾ ਅਧਿਕਾਰ, ਉਸ ਦੀ ਹੋਂਦ, ਕਿਸੇ ਚੀਜ਼ ਦਾ ਹੋਂਦ, ਕਿਸੇ ਚੀਜ਼ ਦਾ ਧਰਤੀ ਦੇ ਉੱਪਰ ਹੋਣਾ, ਉਹ ਹੈ ਜਿਹੜਾ
ਉਹ ਖੁਦ ਦੇ ਕਾਰਨ ਹੋਵੇ, ਉਸ ਨੂੰ ਕਿਹਾ ਜਾਂਦਾ ਖੁਦ ਮੁਖਤਾਰ ਹੋਣ ਮੂਲਕ ਪਰਿਭਾਸ਼ਾ। ਚਿੰਨ੍ਹ ਮੂਲਕ ਤੁਹਾਨੂੰ ਪਤਾ ਹੀ ਹੈ ਵੀ ਭਾਸ਼ਾ ਨੂੰ ਬਹੁਤ ਸਾਰੇ ਮਤਲਬ ਕਿ ਅੱਜ ਕੱਲ੍ਹ ਭਾਸ਼ਾ ਨੂੰ ਚਿੰਨ੍ਹਾਂ ਦਾ ਇੱਕ ਪ੍ਰਬੰਧ ਕਿਹਾ ਜਾਂਦਾ ਹੈ। ਚਿੰਨ੍ਹ ਮੂਲਕ ਪਰਿਭਾਸ਼ਾ ਜਿਹਨੇ ਦਿੱਤੀ ਤਾਂ ਉਹ ਹੈ ਜਿਹੜੀ ਉਹ ਪਰਿਭਾਸ਼ਾ ਚਿੰਨ੍ਹ ਮੂਲਕ ਦੀ ਸ਼੍ਰੇਣੀ ਦੇ ਵਿੱਚ ਆ ਜਾਊਗੀ। ਇਸ ਤਰ੍ਹਾਂ ਕਰਕੇ 5 ਭਾਗਾਂ ਦੇ ਵਿੱਚ ਵੰਡ ਕੇ ਇਸ ਨੇ ਇਸ ਚੀਜ਼ ਨੂੰ ਪ੍ਰੇਮ ਪ੍ਰਕਾਸ਼ ਸਿੰਘ ਨੇ ਕਲੀਅਰ ਕੀਤਾ ਹੈ। 3 ਗੱਲਾਂ ਹੋਰ ਲਿਖੀਆਂ ਮੈਂ, ਦੇਖੋ ਤੁਸੀਂ ਧਿਆਨ ਨਾਲ ਪੜ੍ਹੋ ਕੀ ਲਿਖਿਆ। ਇੱਕ ਤਾਂ ਮੈਂ ਲਿਖਿਆ ਵੀ ਭਾਸ਼ਾ ਦਾ ਸੁਭਾਅ ਹੈ ਜਿਹੜਾ ਇਹ ਸੰਚਾਰ ਮੁਖੀ ਹੁੰਦਾ ਹੈ। ਭਾਸ਼ਾ ਦਾ ਸੁਭਾਅ ਸੰਚਾਰ ਮੁਖੀ ਹੁੰਦਾ ਹੈ। ਭਾਸ਼ਾ ਦਾ ਨੇਚਰ ਕਿਵੇਂ ਦਾ ਹੈ? ਸੰਚਾਰ ਮੁਖੀ ਹੈ, ਧਿਆਨ ਦੇ ਵਿੱਚ ਰੱਖਣਾ। ਭਾਸ਼ਾ ਆਪਣੇ ਆਪ ਦੇ ਵਿੱਚ ਭਾਸ਼ਾ ਦਾ ਨੇਚਰ, ਭਾਸ਼ਾ ਦਾ ਸੁਭਾਅ ਹੈ ਜਿਹੜਾ ਉਹ ਸੰਚਾਰ ਮੁਖੀ ਕਿਵੇਂ ਹੈ? ਕਿਉਂਕਿ ਭਾਸ਼ਾ ਹੈ ਜਿਹੜੀ ਉਹ ਸੰਚਾਰਾਂ ਦਾ ਵਹਿਨ ਕਰਦੀ ਹੈ। ਅਗਲੀ ਗੱਲ ਸੁਣੋ, ਕਹਿੰਦਾ ਭਾਸ਼ਾਈ ਸੰਚਾਰ ਦੀ ਪ੍ਰਕਿਰਤੀ ਉਚਾਰ ਮੁਖ ਹੁੰਦੀ ਹੈ। ਦੇਖੋ ਭਾਸ਼ਾ ਦਾ ਸੁਭਾਅ ਤਾਂ ਸੰਚਾਰ ਮੁਖੀ ਹੈ, ਠੀਕ ਹੈ। ਭਾਸ਼ਾ ਸੰਚਾਰ ਦਾ ਸਾਧਨ ਹੈ ਇੱਕ। ਭਾਸ਼ਾ ਸੰਚਾਰ ਦੀ ਪ੍ਰਕਿਰਤੀ ਕਿਵੇਂ ਦੀ ਹੈ? ਭਾਸ਼ਾ ਸੰਚਾਰ ਦੀ ਪ੍ਰਕਿਰਤੀ ਹੈਗੀ ਆ ਉਚਾਰ ਮੁਖੀ, ਧਿਆਨ ਦੇ ਵਿੱਚ ਰੱਖਣਾ। ਭਾਸ਼ਾ ਸੰਚਾਰ ਕਿਵੇਂ ਹੋਊਗਾ? ਜਦੋਂ ਆਪਾਂ ਸ਼ਬਦਾਂ ਦਾ ਉਚਾਰਨ ਕਰਾਂਗੇ। ਜੇ ਆਪਾਂ ਸੁਣ ਵੀ ਰਹੇ ਹਾਂ ਤਾਂ ਵੀ ਕਿਸੇ ਨੇ ਉਚਾਰਨ ਕੀਤੇ ਹੋਏ ਸੁਣ ਰਹੇ ਹਾਂ, ਇਸ ਕਰਕੇ ਉਚਾਰ ਮੁਖੀ ਕਿਹਾ ਜਾਂਦਾ। ਧਿਆਨ ਰੱਖਣਾ ਤੁਸੀਂ ਉਹ 2 ਸ਼ਬਦ ਸੰਚਾਰ ਮੁਖੀ, ਉਚਾਰ ਮੁਖੀ। ਸ਼ੋਸ਼ਿਊਰ ਨੇ ਕੀ ਕਿਹਾ? ਉਹ ਕਹਿੰਦਾ ਭਾਸ਼ਾ ਵਿੱਚ ਉਚਾਰ ਜਾਂ ਬੋਲ ਪ੍ਰਾਥਮਿਕ ਹੈ। ਦੇਖੋ ਸ਼ੋਸ਼ਿਊਰ ਤੋਂ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦਾ ਹੀ ਅਧਿਐਨ ਕੀਤਾ ਜਾਂਦਾ ਸੀ। ਤੁਸੀਂ ਇਹ ਗੱਲ ਥੋੜ੍ਹੀ ਜਿਹੀ ਸਮਝਣੀ ਹੈ। ਪਰ ਸ਼ੋਸ਼ਿਊਰ ਕਹਿੰਦਾ ਨਹੀਂ, ਭਾਸ਼ਾ ਦੇ ਲਿਖਤੀ ਰੂਪ ਦਾ ਕਿਉਂ ਅਧਿਐਨ ਕੀਤਾ ਜਾਵੇ ਵੀ? ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਇਹ ਗੱਲ ਬਈ ਸਭ ਤੋਂ ਪਹਿਲਾਂ ਜਦੋਂ ਭਾਸ਼ਾ ਦਾ ਮੰਨ ਲਓ ਭਾਸ਼ਾ ਜਨਮ ਹੋਇਆ, ਮੰਨ ਲਓ ਕਹਿ ਲਓ ਵੀ ਭਾਸ਼ਾ ਦਾ ਜਦੋਂ ਨਿਕਾਸ ਹੋਇਆ ਤਾਂ ਉਦੋਂ ਉਹ ਮਤਲਬ ਕਿਹੜੇ ਰੂਪ ਦੇ ਵਿੱਚ ਹੋਇਆ? ਮੌਖਿਕ ਰੂਪ ਦੇ ਵਿੱਚ ਹੋਇਆ, ਉਚਰਿਤ ਰੂਪ ਦੇ ਵਿੱਚ ਹੋਇਆ, ਬੋਲ ਰੂਪ ਦੇ ਵਿੱਚ ਹੋਇਆ। ਲਿਖਿਤ ਰੂਪ 'ਚ ਤਾਂ ਹੋਇਆ ਨਹੀਂ, ਕਿਉਂਕਿ ਲਿਪੀ ਦੀ ਕਾਢ ਤਾਂ ਮਨੁੱਖ ਨੇ ਬਹੁਤ ਬਾਅਦ ਵਿੱਚ ਕੱਢੀ ਹੈ। ਇਸ ਕਰਕੇ ਕੀ ਹੈ, ਸ਼ੋਸ਼ਿਊਰ ਨੇ ਉਸ ਚੀਜ਼ ਨੂੰ ਥੋੜ੍ਹਾ ਜਿਹਾ ਪਲਟਿਆ, ਉਸ ਚੀਜ਼ ਨੂੰ ਪਲਟਾ ਤਾਂ ਕਹਿੰਦਾ ਸ਼ੋਸ਼ਿਊਰ ਅਨੁਸਾਰ ਭਾਸ਼ਾ ਵਿੱਚ ਉਚਾਰ ਜਾਂ ਬੋਲ ਪ੍ਰਾਥਮਿਕ ਹੈ। ਸ਼ੋਸ਼ਿਊਰ ਨੇ ਤਾਂ ਭਾਸ਼ਾ ਦੇ ਉੱਪਰ ਜਿੰਨਾ ਵੀ ਮਤਲਬ ਆਪਣਾ ਕਾਰ ਵਿਹਾਰ ਕਾਰਜ ਕੀਤਾ ਹੈ ਉਹ ਸਾਰਾ ਦਾ ਸਾਰਾ ਭਾਸ਼ਾ ਦੇ ਉਚਾਰ ਨੂੰ ਮੁੱਖ ਰੱਖ ਕੇ ਧਿਆਨ ਦੇ ਵਿੱਚ ਕੀਤਾ। ਭਾਸ਼ਾ ਦੇ ਮੌਖਿਕ ਰੂਪ ਨੂੰ, ਨਾ ਕਿ ਲਿਖਿਤ ਰੂਪ ਨੂੰ। 2 ਰੂਪ ਹੈ ਭਾਸ਼ਾ ਦੇ, ਇੱਕ ਮੌਖਿਕ ਇੱਕ ਲਿਖਿਤ। ਸ਼ੋਸ਼ਿਊਰ ਦੀ ਪ੍ਰਾਥਮਿਕਤਾ ਮੌਖਿਕ ਰੂਪ ਦੇ ਵੱਲ ਹੈ। ਲਓ ਜੀ, ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ। ਉੱਪਰ ਹੋ ਗਿਆ ਸਾਰੀ ਗੱਲ ਭਾਸ਼ਾ ਦੇ ਬਾਰੇ, ਗੱਲਾਂ ਕਲੀਅਰ ਹੋ ਗਈਆਂ, ਪਰਿਭਾਸ਼ਾ ਵਗੈਰਾ। ਚਾਰਲਸ ਹਾਕਟ ਪ੍ਰਸਿੱਧ ਭਾਸ਼ਾ ਵਿਗਿਆਨੀ ਹੈ। ਇਹਨੇ ਮਾਨਵੀ ਭਾਸ਼ਾ ਮਤਲਬ ਮਨੁੱਖ ਜਿਹੜੀਆਂ ਭਾਸ਼ਾ ਬੋਲਦਾ ਹੈ ਉਹਦੀਆਂ 7 ਵਿਸ਼ੇਸ਼ਤਾਵਾਂ ਦਾ ਉਲੇਖ ਕੀਤਾ ਹੈ। 7 ਦੀਆਂ 7 ਅੱਜ ਆਪਾਂ ਕਲੀਅਰ ਕਰ ਲੈਂਦੇ ਹਾਂ ਸ਼ਾਨਦਾਰ ਤਰੀਕੇ ਨਾਲ। ਪ੍ਰਸ਼ਨ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ। ਹੋ ਸਕਦਾ ਉੱਪਰੋਂ ਪ੍ਰਸ਼ਨ ਨਾ ਆਵੇ, ਪ੍ਰਸ਼ਨ ਇਹਦੇ ਵਿੱਚ ਆਉਂਦਾ ਹੀ ਆਉਂਦਾ ਹੁੰਦਾ। ਲਓ ਜੀ, ਸਭ ਤੋਂ ਪਹਿਲਾ ਹੈਗਾ ਦੋਪੱਖਤਾ। ਪਹਿਲੀ ਵਿਸ਼ੇਸ਼ਤਾ ਦੋਪੱਖਤਾ, ਅੰਗਰੇਜ਼ੀ में ਲਿਖਤੀ ਹੈ ਡਿਊਲਿਟੀ। 2 ਪੱਖ ਹੁੰਦੇ ਹਨ, 2 ਪੱਖ, 2 ਪਕਸ਼, 2 ਵੇ ਜਾਂ ਆਪਾਂ ਕਹਿ ਦਿੰਦੇ ਕਈ ਵਾਰੀ। ਦੇਖਦੇ ਆ ਵੀ ਭਾਸ਼ਾ ਦੇ ਵਿੱਚ ਦੋਪੱਖਤਾ ਕੀ ਚੀਜ਼ ਆ। ਆਂਦਰੇ ਮਾਰਤੀਨੇ ਪ੍ਰਸਿੱਧ ਭਾਸ਼ਾ ਵਿਗਿਆਨੀ ਹੈ, ਇਹਦਾ ਨਾਮ ਮੈਂ ਲਿਖਤਾ। ਇਹਨੇ ਕੀ ਕਿਹਾ ਆ? ਇਹ ਕਹਿੰਦਾ ਭਾਸ਼ਾ ਦੋਹਰੇ ਉਚਾਰਨ ਵਾਲੀ ਹੈ। ਅਗਰ ਪ੍ਰਸ਼ਨ ਬਣ ਜੇ ਵੀ ਭਾਸ਼ਾ ਨੂੰ ਦੋਹਰੇ ਉਚਾਰਨ ਵਾਲੀ, ਦੋਹਰੇ ਉਚਾਰ ਵਾਲੀ ਪ੍ਰਕਿਰਿਆ ਕਿਸ ਨੇ ਕਿਹਾ ਹੈ, ਤਾਂ ਉਹਦਾ ਨਾਮ ਹੈ ਜੀ ਆਂਦਰੇ ਮਾਰਤੀਨੇ। ਆਂਦਰੇ ਮਾਰਤੀਨੇ ਨਾਮ ਹੀ ਬੜਾ ਘੈਂਟ ਹੈ ਇਹਦਾ, ਆਂਦਰੇ ਮਾਰਤੀਨੇ। ਭਾਸ਼ਾ ਨੂੰ ਦੋਹਰੇ ਉਚਾਰ ਵਾਲੀ ਕਿਹਾ ਹੈ। ਪਹਿਲਾ ਉਚਾਰਨ ਹੁੰਦਾ ਹੈ, ਪਹਿਲਾ ਉਚਾਰਨ ਤਾਂ ਹੁੰਦਾ ਵਾਕਾਤਮਕ, ਵਾਕ ਪੱਧਰ 'ਤੇ। ਪਹਿਲਾ ਉਚਾਰਨ ਵਾਕ ਪੱਧਰ 'ਤੇ। ਕਈ ਸਾਰੇ ਸ਼ਬਦ ਲਿਖੂੰਗਾ ਮੈਂ, ਵਾਕਾਤਮਕ ਅਤੇ ਵਿਆਕਰਣ 2 ਇਕੱਠੇ ਲਿਖਤੇ ਹੈ ਇਹਦੇ। ਪਹਿਲਾ ਉਚਾਰਨ ਨੂੰ ਵਾਕਾਤਮਕ ਜਾਂ ਵਿਆਕਰਣ ਮਤਲਬ ਵਾਕ ਪੱਧਰ 'ਤੇ, ਵਾਕ ਲੈਵਲ 'ਤੇ, ਠੀਕ ਹੈ। ਅਤੇ ਦੂਜਾ ਉਚਾਰਨ ਧੁਨੀਆਤਮਕ ਮਤਲਬ ਧੁਨੀ ਪੱਧਰ 'ਤੇ, ਮਤਲਬ ਧੁਨੀ ਪੱਧਰ 'ਤੇ। ਜੇ ਮੰਨ ਲਓ ਭਾਸ਼ਾ ਦੇ ਵਿੱਚ ਦੋਪੱਖਤਾ ਦੀ ਗੱਲ ਆ ਜੇ ਵੀ ਭਾਸ਼ਾ ਦੀ ਵਿਸ਼ੇਸ਼ਤਾ ਦੇ ਵਿੱਚ ਦੋਪੱਖਤਾ ਦੇ ਵਿੱਚ ਕਿਹੜੀਆਂ 2 ਚੀਜ਼ਾਂ, ਕਿਹੜੇ 2 ਤੱਤ ਸ਼ਾਮਲ ਆ ਦੋਪੱਖਤਾ ਦੇ ਵਿੱਚ? ਪਤਾ ਲੱਗੀ ਜਾਂਦਾ ਸਿੱਧਾ ਹੀ, ਇੱਕ ਵਾਕ ਹੈ, ਇੱਕ ਧੁਨੀ ਹੈ। ਕਿਵੇਂ ਹੈ ਕਿ ਨਹੀਂ ਗੱਲਬਾਤ? ਆਪਸ਼ਨਾਂ ਦੇ ਵਿੱਚ ਉਹਨੇ ਵੇਖ ਲਓ ਕੀ ਕੁਛ ਪਾਉਣਾ। ਉਹਨੇ ਵਾਕ ਧੁਨੀ ਵੀ ਪਾਊਗਾ ਅਤੇ ਵਾਕ ਸ਼ਬਦ ਵੀ ਪਾਊਗਾ, ਅਤੇ ਐਂ ਕਰਕੇ ਉਪਰੋਕਤ ਸਾਰੇ ਵੀ ਲਿਖੂਗਾ ਥੱਲੇ ਅਗਲਾ, ਹੈ ਨਾ। ਧਿਆਨ ਰੱਖਣਾ ਭਾਸ਼ਾ ਦੀ ਦੋਪੱਖਤਾ ਦੀ ਜਦੋਂ ਗੱਲ ਆਵੇ ਤਾਂ ਪਹਿਲਾ ਪ੍ਰਾਥਮਿਕ ਪੱਖ ਹੈ ਜਿਹੜਾ ਉਹ ਤਾਂ ਹੈਗਾ ਵਾਕਾਤਮਕ, ਜਿਹਨੂੰ ਵਿਆਕਰਣ ਕਿਹਾ ਜਾਂਦਾ ਹੈ। ਵਿਆਕਰਣਕ ਪੱਖ ਜਿਹਨੂੰ ਵਾਕ ਪੱਧਰ 'ਤੇ ਜਿਹੜਾ ਵਿਚਰਦਾ।
दूसरा पक्ष किहड़ा है ਧੁਨੀਆਤਮਕ, ਜਿਹੜਾ ਧੁਨੀ ਪੱਧਰ ਤੇ ਹੈ। दो पक्ष है, दो पक्षता, दो पक्ष मतलब दो आई ਜਾਂਦਾ ना शब्द ਵਿੱਚ दो टू, ਕਿਹੜੇ ਕਿਹੜੇ दो, ਉਹਦੇ ਵਿੱਚ ਪਹਿਲੇ ਨੰਬਰ ਤੇ ਵਾਕ ਦੀ ਗੱਲ ਆਊਗੀ, ਦੂਸਰੇ ਨੰਬਰ ਤੇ ਧੁਨੀ ਦੀ ਗੱਲ ਆਊਗੀ। ਦੋ ਪੱਖਤਾ ਦਾ ਸੰਬੰਧ ਕਿਹਦੇ ਨਾਲ ਹੈ? ਭਾਸ਼ਾ ਦੀ ਬਣਤਰ ਦੇ ਨਾਲ ਹੈ, ਭਾਸ਼ਾ ਦੀ ਬਣਾਵਟ ਦੇ ਨਾਲ ਹੈ, ਭਾਸ਼ਾ ਦੇ ਤਾਣੇ ਬਾਣੇ ਦੇ ਨਾਲ ਹੈ। ਬਣਤਰ, बनावट जिन्हों आप कहते हैं, स्ट्रक्चर जिन्हों इंग्लिश के आप कहने हैं। दोपक्षता का संबंध भाषा की स्ट्रक्चर के नाल है। हुण देखो इहदा व्याकरणक जां वाकात्मक पद्धर तां इहदा पहला पद्धर है, आ जिहड़ा आ तां पहला है, ध्यान रखना तुसीं। यह पद्धर है जिहड़ा अर्थ संचार करता है। अगर प्रश्न होर औखा बने भी भाषा की दोपक्षता दे विच जिहड़ा मतलब की है अर्थ संचार है जिहड़ा वो किहड़ा पक्ष करता है, मतलब किहड़े पद्धर ते किहड़ा पद्धर करता है जी अर्थ संचार, कि वाक पद्धर करता है जां धुनी पद्धर जां दोनों करते हैं जां दोनों विचों कोई नहीं। तुहाडा उत्तर होना चाहिए वाक पद्धर। वाक वाकात्मक भी उहदा नाम हो सकता है, व्याकरण भी हो सकता है, मर्जी है एग्जामिनर दी। दूजा पद्धर जिहदा नाम है धुनीआत्मक आ रहा, इस दियां इकाइयां का निर्माण करता है। धुनी तो अगे वाक दियां इकाइयां बनदियां ना, धुनी तो शब्द बनते हैं, शब्द तो उपवाक बन गए, उपवाक तो वाक है ना, एवें कह लो तुसीं है ना। हाँ एवें कहने एक आपां होर भी कहने हुंदे आ विच है ना, उपवाक तो पहला भी एक पढ़ांगे आप वाक बारे जदों तो गल सारी क्लीयर करांगे। फिलहाल इत्थे ही रहो तुसीं दोपक्षता ते गल क्लीयर होगी। एक एक गल लिखी है मैं, बिल्कुल काम दी लिखी है, फालतू कोई गल नहीं इहदे विच, बस इस तो उत्ते कुछ नहीं गा इहदे विच। दोपक्षता दा जदों भी प्रश्न आऊगा तुहाडा क्लीयर होना चाहिए, सीधियां सीधियां डायरैक्ट गल्लां लिखियां। अगला हैगा जी सिरजनात्मकता। सिरजनात्मकता दी अंग्रेजी मैं लिखी है प्रोडक्टिविटी। वेखो प्रोडक्टिविटी शब्द हाकट ने वरत्या, सब तो पहला तो ध्यान रखना तुसीं किने वरत्या बाई, हाकट ने, जिहदा पंजाबी च अनुवाद करिए तो उत्पादनशीलता बनता है। हुण तुसीं ध्यान दे विच रखना, एग्जामिनर दी मर्जी है, वो शब्द सिरजनात्मक भी वरत सकता है, वो शब्द उत्पादनशीलता भी वरत सकता है, गल तां इक्को ही है। प्रोडक्शन है ना, प्रोड्यूस, प्रोडक्शन, ये सारे प्रोडक्टिविटी तो बने शब्द है ना। उत्पादनशीलता जिन्हों आप कह दिंदे, सिरजनात्मकता, उत्पादनशीलता। सिरजनात्मक शब्द तो मैनूं लगदा तुसीं साइकोलॉजी दे विच वाधू वारी पढ़ लिया होना, सिरजनात्मक बालक आपां पढ़दे हैं है ना। लो जी चोमस्की ने क्रिएटिविटी शब्द वरत्या, ये तुसीं ध्यान च रखना। नोआम चोमस्की ने ये वास्ते शब्द वरत्या क्रिएटिविटी। ये एक भाषाई समर्था की योग्यता है, ध्यान रखना है। सिरजनात्मक अगर आ जाए प्रश्न भी सिरजनात्मक या उत्पादनशीलता किस नूं कहा जाता है, तो वह होंदी है भाषाई समर्था की योग्यता। भाषाई समर्था की एबिलिटी, योग्यता एबिलिटी होंदी है, भाषा की समर्थ किन्नी है, वो एबिलिटी, वो योग्यता किन्नी है भाषाई समर्था की। दूसरे शब्दों में इस प्रश्न को पलटा के पूछ सकता है, भाषाई समर्था की योग्यता नूं की कहा जाता है, सिरजनात्मकता या उत्पादनशीलता। एक वो ऑप्शन दूगा, बाकी होर कोई भी ऑप्शन पा सकता है। असीं कई बार कहंदा अजिहे वाक भी बोल जाते हाँ जो पहला कदे पढ़े सुने नहीं हुंदे, इहनूं कहा जाता है सिरजनात्मकता। तुसीं ध्यान दे विच रखना है। तुसीं आप अपनी अपनी घर विच जिहड़ी भाषा बोलदे हो उहदे विच इन्ने एक्सपर्ट हो गए हो तुसीं, कई बार तुसीं इहो जिहा शब्द, इहो जिहा वाक, इहो जी गल तुसीं कई बार कह जाते हो, तुहानूं खुद नूं पता नहीं हुंदा भी इहदे पिछे व्याकरण आधार की है, कि ये मतलब की है भी ये गल है जिहड़ी ये पहला किसी ने बनाई है कि नहीं, तुहानूं को नहीं पता, बस वो तुहाडे माइंड दे विच अपने आप बनी। इहनूं कहा जांदा भाषाई समर्था की योग्यता। ये तुहाडी योग्यता दा करके तुसीं भाषा नूं क्रिएटिव, भाषा नूं प्रोड्यूस करन दे समर्थ हो। एबिलिटी है तुहाडे विच भाषाई समर्था की योग्यता कहा जांदा इहनूं। कई बारी आप मुहारे ही अपने आप ही तुहाडे दिमाग दे विचों, माइंड च गल बन गई, तुसीं एकदम उस नूं बोल दिंदे आ, पर बाद विच तुहानूं महसूस हुंदा कई बारी भी आह शब्द तां मैं आप होए तां मैं पहली वारी बोलिया है, तां कोई नवीं गल मैं आपां कई बारी उही बोल दिंदे आ है ना, शब्द कई बारी वैसे ही। ये है जिहड़ा ये कारण है, इहदे पिछे कारण हुंदा है सिरजनात्मकता, प्रोडक्टिविटी जां इहदा उत्पादनशीलता शब्द भी है। हाकट ने प्रोडक्टिविटी वरत्या, चोमस्की ने इहदा शब्द इहदे वास्ते क्रिएटिविटी वरत्या। भाषाई समर्था की योग्यता नूं कहा जाता है सिरजनात्मकता जां उत्पादनशीलता। अगे आ गया जी आप हुदरापण, जिन्हों कहा जाता है आर्बिट्रेरीनैस। आप हुदरा दा शाब्दिक अर्थ तुहानूं पता ही है, आप हुदरा
आप हुदरा हुंदा है मनमाना। मनमाना संबंध हो जाना किसी नाल, मन मर्जी वाला। मनमाना का मतलब होर लै होर कर दिना, मैं इनू खोल दिना इस चीज़ नू चंगी तरह। मन मर्जी वाला, मन मर्जी वाला। हुण मैं बस नॉर्मल गल लिखती है, समझा मैं तुहानू दिना भी भाषा दे विच विशेषता जिहड़ी तीजे नंबर ते आप हुदरापन, ये है की चीज़ है। भाषाई चिन्हां विच चिहनक ते चिहनत दा कोई जमांदरू संबंध नहीं हुंदा, बल्कि समाज द्वारा मन मर्जी नाल स्थापित किया गया हुंदा है। लो हुण तुसीं सोचां च पै गए, सैकंड ग्रेड वाले तो सोचां च पै गए, क्योंकि फस्ट ग्रेड वालिਆਂ ਨੂੰ ਤਾਂ पता ही है आप हुदरापन की चीज़ है। जदों आपां शशियोर की गल पढ़ी सी तो उदों मैं तुहानू चिहनक ते चिहनत दो गल कीती सी। अच्छा की कीता शशियोर ने, की कीता, ਇਹਦੇ ਤੇ आ जाने ਆਪਾਂ, ਇਹਦੇ ਤੇ गल करनी आ जा। हाँ लो जी, लै भी शशियोर दस तू की कीता। शशियोर ने की कीता, भाषा वो कहंदा भी चिन्हां दी व्यवस्था है। भाषा उन्हें एवें कहा सी, पर भाषा पढ़ी सी आपां। उन्हें की कीता, चिन्हां नूं दो भागां च वंड लिया। बई किन्ने भागां च? दो भागां दे विच। एक नूं उन्हें नाम दिता चिहनक। चिहनक, नाका नहीं अपना, चिहनक। एक दा नाम उन्हें देता चिहनत। चिहनत, एक चिहनक, एक चिहनत, एक कै नाल, एक तै नाल। हुण उस तो बाद की कीता उन्हें, आप हुदरेपन की गल करदा मैं। वो कहंदा भी दो चीज़ां है, चिहनक ते चिहनत। चिहनक तां हैगी आ साडे वल्लों जिहड़ा शब्द बोलिया जांदा है, उन्होंने उन्हें नाम देता चिहनक। किसे हर एक चीज़ का नाम कह लो तुसी, जिवें मोबाइल नाम है ये, है ना, जिवें मान लो बल्ब, ट्यूबलाइट, आ बोर्ड, मेरे हाथ दे विच फड़िया होया जिहड़ा पैन, है ना, ये चीज़ां जिहड़ियां इन्हां दे नाम है जिहड़े जिहड़े मैं लए आ। इहदा नाम बोर्ड, इहदा पैन, इधर वाटर कूलर, ये है जिहड़ियां सारियां, ये शब्द है जिहड़े, इन्हां नूं उन्हें चिहनक कहता। शब्दां नूं तां चिहनत असली वस्तु, असली वस्तु जिहड़ी सीगी उहनूं उन्हें चिहनत कहता, जिहदे वास्ते आपां चिहनक शब्द वरतिया सी, जिन्हों आपां जिहड़े शब्द नाल संबोधन कीता सी, जिहड़ी चीज़ असली चीज़ नूं, उस असली चीज़ नूं तां उन्हें चिहनत कहता। हुण की है, इहदे वास्ते पैन शब्द वरतिया। इहनूं समझो, इहदे वास्ते पैन शब्द वरतिया, जिहड़ा तां पैन शब्द है उहनूं उन्हें चिहनक कहता। असली वस्तु जिहड़ी आ तुहाडे सामने है, इहनूं उन्हें चिहनत कहता। ठीक है, गल क्लीयर। हुण उन्हें अगे की किया देखो, वो कहंदा भी इन्हां चीज़ां दे आपसी संबंध है जिहड़े ये मनमाने आ। कहंदा चिहनक ते चिहनत दे आपसी संबंध है जिहड़े ये मनमाने आ, ये मन मर्जी दे है, समाज वल्लों मन मर्जी दे नाल निर्धारित किए गए है। समाज वल्लों मन मर्जी दे नाल निर्धारित किए गए है। कहंदा मतलब की है भी ये चीज़ां किसी ते थोपियां नहीं गईयां, अपने इनू की है भी हिंदी या पंजाबी दे विच तुसी कलम कह सकते हो। कलम इहदा नाम, इहदे वास्ते कलम शब्द वरतोगे, अंग्रेजी वाले पेन शब्द वरतणगे, है ना। हुण वो कहंदा भी इन्हां दा आपसी संबंध है जिहड़ा उस शब्द दा ते इस असली वस्तु का, ये मन मर्जी दे नाल निर्धारित किया गया है उन्हां दे समाज दे लोकां वल्लों। अंग्रेज़ां ने इहदा संबंध निर्धारित कर लिया। अंग्रेज़ां ने इस चीज़ नूं पेन कहना शुरू किया, PEN पेन। साडे पंजाबी हिंदी दे लोकां ने इहनूं कलम कहना शुरू किया। हिंदी दे लोकां ने, हिंदी दे जां किसी भी कलम, किसी भी भाषा का, दूसरी भाषा के लोगों ने। अच्छा होर शब्द सुनो, जिवें मान लो मैं वैसे घोड़े की उदाहरण दी सी, हाथी की उदाहरण दे लेने, थोड़ा वड्डा जानवर ले लेने तकड़ा। मान लो हाथी है, हाथी मान लो कि हैगा, हाँ हाथी तो दुनिया ते बथेरे है। हाँ जी, हाथी है जिहड़ा असली है, जिहड़ा जानवर, असल जानवर जिहड़ा तुहानूं दिख रहा, वो तो हैगा चिहनत। हाथी जिहड़ा शब्द है, हाथी शब्द, वो हैगा चिहनक। इत्थे शशियूर दा यह कहना भी इन्हां दा आपसी संबंध मनमाना है, समाज के लोगों वालों निर्धारित किया गया है। साडे लोकां ने ਉਹਦੇ वास्ते संस्कृत के पहला लोग ਜਿਹੜੇ ਸੀਗੇ संस्कृत बोलते सी, उन्होंने हाथी नूं हस्ती शब्द किया। हस्ती शब्द असी उन्होंने कहता हाथी, अंग्रेज़ कहते एलीफेंट। इस करके की है भी इन्हां दा आपसी संबंध है जिहड़ा मनमाना है,
ਆਪ ਹੁਦਰੇਪਣ ਦੇ ਵਿੱਚ ਆਉਂਦਾ ਹੈ। ਹੁਣ ਮੰਨ ਲਓ ਵੀ ਇਹ ਨਿਰਧਾਰਿਤ ਨਾ ਹੁੰਦਾ, ਇਹ ਮਨਮਾਨਾ ਨਾ ਹੁੰਦਾ, ਮੰਨ ਲਓ ਮਨਮਰਜ਼ੀ ਦਾ ਨਾ ਹੁੰਦਾ, ਦੁਨੀਆ ਦੇ ਉੱਪਰ ਇੱਕੋ ਹੀ ਰੂਲ ਮੰਨ ਲਓ ਹੁੰਦਾ, ਤਾਂ ਸਾਰੀ ਦੁਨੀਆ ਦੀ ਭਾਸ਼ਾ ਹੀ ਇੱਕ ਹੋਣੀ ਸੀਗੀ। ਅੰਗਰੇਜ਼ਾਂ ਨੇ ਸਾਰੇ ਮੁਲਕਾਂ 'ਤੇ ਰਾਜ ਕੀਤਾ ਲਗਭਗ, ਤਾਂ ਅੰਗਰੇਜ਼ਾਂ ਨੇ ਤਾਂ ਫਿਰ ਉਹ ਮਤਲਬ ਕੀ ਆ ਵੀ ਆ ਚਿਹਨਕ ਅਤੇ ਚਿਹਨਤ ਵਾਲੇ ਜੱਬ ਨੂੰ ਨਿਬੇੜ ਦੇਣਾ ਸੀ। ਉਹਨਾਂ ਨੇ ਕਹਿਣਾ ਸੀਗਾ ਵੀ ਤੁਸੀਂ ਐਲੀਫੈਂਟ ਕਹਿਣਾ, ਇਹਨੂੰ ਹਾਥੀ ਕੋਈ ਸ਼ਬਦ ਹੀ ਨਹੀਂ ਗਾ। ਫਿਰ ਸਾਰੇ ਦੁਨੀਆ ਦੇ ਲੋਕਾਂ ਨੇ ਹਾਥੀ ਨੂੰ ਐਲੀਫੈਂਟ ਹੀ ਕਿਹਾ ਕਰਨਾ ਸੀਗਾ, ਸਾਰੀ ਦੁਨੀਆ 'ਤੇ ਇੱਕ ਹੀ ਭਾਸ਼ਾ ਹੋ ਜਾਣੀ ਸੀ। ਪਰ ਸਾਰੇ ਸਮਾਜ ਦੇ ਲੋਕ ਅੱਡ ਅੱਡ ਬੋਲਦੇ ਆ ਉਹਦਾ ਨਾਮ। ਸੰਸਕ੍ਰਿਤ ਦੇ ਜਿਹੜੇ ਸੰਸਕ੍ਰਿਤ ਦੇ ਵਿਦਵਾਨ ਸੀਗੇ, ਸੰਸਕ੍ਰਿਤ ਪੜ੍ਹੇ ਲਿਖੇ, ਮਤਲਬ ਸੰਸਕ੍ਰਿਤ ਦੀ ਭਾਸ਼ਾ ਦੇ ਵਿੱਚ ਹਾਥੀ ਨੂੰ ਹਸਤੀ ਕਿਹਾ ਜਾਂਦਾ, ਹਿੰਦੀ ਪੰਜਾਬੀ ਦੇ ਵਿੱਚ ਉਹਨੂੰ ਹਾਥੀ ਆਪਾਂ ਕਹਿ ਦਿੰਦੇ ਹਾਂ, ਅੰਗਰੇਜ਼ੀ ਦੇ ਵਿੱਚ ਉਹਨੂੰ ਐਲੀਫੈਂਟ ਕਿਹਾ ਜਾਂਦਾ। ਇਹ ਵੱਖ-ਵੱਖ ਉਹਦੇ ਨਾਮ ਕਿਉਂ ਆ? ਚਿਹਨਕ ਅੱਡ ਅੱਡ ਕਿਉਂ ਆ? ਚਿਹਨਕ ਅੱਡ ਅੱਡ ਕਿਉਂ ਆ? ਚਿਹਨਤ ਤਾਂ ਇੱਕ ਹੀ ਹੈ, ਅਸਲੀ ਵਸਤੂ ਤਾਂ ਇੱਕ ਹੀ ਸੀ ਹਾਥੀ, ਪਰ ਚਿਹਨਕ ਅੱਡ ਅੱਡ ਹੈ। ਅੰਗਰੇਜ਼ੀ ਭਾਸ਼ਾ ਦੇ ਵਿੱਚ ਐਲੀਫੈਂਟ ਹੈ, ਪੰਜਾਬੀ ਹਿੰਦੀ ਦੇ ਵਿੱਚ ਹਾਥੀ, ਸੰਸਕ੍ਰਿਤ ਦੇ ਵਿੱਚ ਹਸਤੀ। ਕਾਰਨ ਇਹਦੇ ਪਿੱਛੇ ਆਪ ਹੁਦਰਾਪਨ, ਮਨਮਾਨਾਪਨ, ਆਪ ਹੁਦਰਾਪਨ। ਭਾਸ਼ਾਈ ਚਿੰਨ੍ਹਾਂ ਦੇ ਵਿੱਚ ਚਿਹਨਕ ਅਤੇ ਚਿਹਨਤ ਦਾ ਜਮਾਂਦਰੂ ਸੰਬੰਧ ਨਹੀਂ ਹੁੰਦਾ। ਜੇ ਜਨਮਜਾਤ ਸੰਬੰਧ ਹੁੰਦਾ ਦੋਨਾਂ ਦਾ, ਤਾਂ ਦੁਨੀਆ ਦੇ ਉੱਪਰ ਜਿਹੜੀ ਭਾਸ਼ਾ ਨੇ ਪਹਿਲਾਂ ਪੈਦਾ ਹੋਣਾ ਸੀਗਾ, ਫਿਰ ਉਹ ਭਾਸ਼ਾ ਦੇ ਸਾਰੇ ਸ਼ਬਦ ਸਾਰੀ ਦੁਨੀਆ 'ਤੇ ਲਾਗੂ ਹੋਣੇ ਸੀ, ਹੈ ਨਾ। ਵੀ ਜੇ ਆਪਾਂ ਆਖੀਏ ਵੀ ਜਿਵੇਂ ਮੰਨ ਲਓ ਕੋਈ ਆਰੀਆ ਲੋਕਾਂ ਦੀ ਭਾਸ਼ਾ, ਜਿਹੜੀ ਆਪਾਂ ਕਹਿ ਲਈਏ ਵੀ ਆਰੀਆ ਲੋਕਾਂ ਦੀ ਭਾਸ਼ਾ ਜੀ, ਮੰਨ ਲਓ ਸਪੋਜ਼ ਕਰੀਏ ਇੱਕ ਵੀ ਉਹ ਜੀ ਸਾਡੇ ਦੇਸ਼ ਦੀ ਸਭ ਤੋਂ ਪਹਿਲੀ ਭਾਸ਼ਾ, ਤਾਂ ਫਿਰ ਉਹ ਮੰਨ ਲਓ ਉਹਨਾਂ ਦਾ ਆਪਸੀ ਚੀਜ਼ਾਂ ਦਾ ਚਿਹਨਕ ਅਤੇ ਚਿਹਨਤ ਦਾ ਆਪਸੀ ਸੰਬੰਧ ਹੁੰਦਾ, ਤਾਂ ਆਰੀਆ ਲੋਕ ਘੋੜੇ ਨੂੰ ਕੀ ਕਹਿੰਦੇ ਸੀ, ਵੀ ਕੁਛ ਵੀ ਕਹਿੰਦੇ ਹੋਣਗੇ। ਤੁਹਾਨੂੰ ਪਤਾ ਇਸ ਗੱਲ ਦਾ ਜਾਣ, ਮੰਨ ਲਓ ਤੁਸੀਂ ਜੀਕੇ ਵਗੈਰਾ ਪੜ੍ਹਦੇ ਹੋ, ਘੋੜੇ ਨੂੰ ਕੁਛ ਵੀ ਹੈ ਨਾ ਅਸ਼ਵ ਕਹਿੰਦੇ ਹੋ ਸਕਦੇ ਹਾਂ। ਹੁਣ ਉਹ ਘੋੜੇ ਨੂੰ ਅਸ਼ਵ ਹੀ, ਸ਼ਾਇਦ ਮੈਨੂੰ ਲੱਗਦਾ ਅਸ਼ਵ ਕਹਿੰਦੇ ਹੋਣਗੇ, ਘੋੜੇ ਨੂੰ ਉਹ ਅਸ਼ਵ ਕਹਿੰਦੇ ਆ। ਅਤੇ ਉਹ ਜੇ ਮੰਨ ਲਓ ਜਨਮਜਾਤ ਸੰਬੰਧ ਹੁੰਦਾ ਤਾਂ ਆਪਾਂ ਵੀ ਅਸ਼ਵ ਹੀ ਕਹਿਣਾ ਸੀਗਾ। ਆਪਣੇ ਸਾਹਮਣੇ ਘੋੜਾ ਸ਼ਬਦ ਕਦੇ ਆਉਣਾ ਹੀ ਨਹੀਂ ਸੀਗਾ। ਅੰਗਰੇਜ਼ਾਂ ਨੇ ਹਾਰਸ ਸ਼ਬਦ ਵਰਤਣਾ ਹੀ ਨਹੀਂ ਸੀ ਉਹਦੇ ਵਾਸਤੇ। ਸਮਝੇ ਕਹਾਣੀ ਨੂੰ? ਇਹਨੂੰ ਕਿਹਾ ਜਾਂਦਾ ਆਪ ਹੁਦਰਾਪਣ। ਭਾਸ਼ਾਈ ਚਿੰਨ੍ਹਾਂ ਵਿੱਚ ਚਿਹਨਕ ਅਤੇ ਚਿਹਨਤ ਦਾ ਕੋਈ ਜਮਾਂਦਰੂ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੁੰਦਾ ਗਾ। ਇਹ ਹੈ ਜਿਹੜਾ ਇਹ ਸਮਾਜ ਦੁਆਰਾ ਮਨਮਰਜ਼ੀ ਦੇ ਨਾਲ ਸਥਾਪਿਤ ਕੀਤਾ ਗਿਆ। ਸਾਡੇ ਸਮਾਜ ਦੇ ਲੋਕਾਂ ਨੇ ਉਹਨੂੰ ਘੋੜਾ ਕਹਿਣਾ ਸ਼ੁਰੂ ਕਰਤਾ, ਘੋੜੇ ਨੂੰ, ਅਤੇ ਸਾਡੇ ਵਾਸਤੇ ਘੋੜਾ ਸ਼ਬਦ ਪ੍ਰਚਲਨ 'ਚ। ਅੰਗਰੇਜ਼ ਹੈ ਜਿਹੜੇ ਲੋਕ, ਯੂਰਪੀਅਨ ਲੋਕ ਆ, ਉਹਨਾਂ ਨੇ ਹਾਰਸ ਕਹਿਣਾ ਸ਼ੁਰੂ ਕਰ ਦਿੱਤਾ, ਇੰਗਲਿਸ਼ ਬੋਲਣ ਵਾਲੇ ਖਾਸ ਕਰ। ਅਗਲਾ ਆਪਾਂ ਜਿਹੜਾ ਹੈਗਾ ਅਗਲੀ ਭਾਸ਼ਾ ਦੀ ਵਿਸ਼ੇਸ਼ਤਾ ਹੈ, ਹਾਂਜੀ, ਅਗਲੀ ਵਿਸ਼ੇਸ਼ਤਾ ਹੈ ਅੰਤਰ ਵਟਾਂਦਰਾ। ਅੰਤਰ ਵਟਾਂਦਰਾ ਕਿਹਨੂੰ ਕਹਿੰਦੇ ਆ? ਲਿਖਿਆ ਹੋਇਆ ਇੰਗਲਿਸ਼ ਦੇ ਵਿੱਚ ਹੀ ਲਿਖਤਾ ਮੈਂ, ਇੰਟਰਚੇਂਜੇਬਿਲਿਟੀ। ਭਾਸ਼ਾਈ ਕਾਰਜ ਜਿਹੜਾ ਉਹ ਬਿਜਲੀ ਸਰਕਟ ਦੇ ਵਾਂਗ ਬੁਲਾਰੇ ਅਤੇ ਸਰੋਤੇ ਦੇ ਦਰਮਿਆਨ ਚੱਲਦਾ ਹੈ। ਮਨੁੱਖ ਦੇ ਪਾਸ ਭਾਸ਼ਾ ਯੋਗਤਾ ਤਾਂ ਜਮਾਂਦਰੂ ਹੈ, ਪਰ ਭਾਸ਼ਾ ਜਮਾਂਦਰੂ ਨਹੀਂ। ਧਿਆਨ 'ਚ ਰੱਖਣਾ ਤੁਸੀਂ, ਭਾਸ਼ਾ ਜਮਾਂਦਰੂ ਨਹੀਂ ਗੀ, ਭਾਸ਼ਾ ਨੂੰ ਸਿੱਖਣ ਦੀ ਯੋਗਤਾ ਜਮਾਂਦਰੂ ਹੈ। ਅੱਗੇ ਇਹ ਤਾਂ ਸਮਾਜ ਤੋਂ ਗ੍ਰਹਿਣ ਕੀਤੀ ਜਾਂਦੀ ਹੈ। ਭਾਸ਼ਾ ਜਿਹੜੀ ਉਹ ਜਨਮਜਾਤ ਨਹੀਂ ਹੁੰਦੀ ਬੇਟਾ, ਭਾਸ਼ਾ ਜਿਹੜੀ ਸਮਾਜ ਤੋਂ ਗ੍ਰਹਿਣ ਕਰਦਾ ਹੈ ਮਨੁੱਖ। ਹੁਣ ਇਹਦੇ ਵਿੱਚ ਕੀ ਚੀਜ਼ ਆ? ਅੰਤਰ ਵਟਾਂਦਰਾ। ਅੰਤਰ ਵਟਾਂਦਰਾ ਦਾ ਮਤਲਬ ਹੁੰਦਾ ਆਦਾਨ ਪ੍ਰਦਾਨ। ਵਟਾਂਦਰਾ ਦਾ ਸ਼ਾਬਦਿਕ ਅਰਥ ਹੁੰਦਾ ਆਦਾਨ ਪ੍ਰਦਾਨ। ਵਟਾਂਦਰਾ ਸ਼ਬਦ ਧਿਆਨ 'ਚ ਰੱਖਣਾ ਤੁਸੀਂ, ਕਿਉਂਕਿ ਮੇਰੇ ਸਟੂਡੈਂਟ ਹੈ ਜਿਹੜੇ ਉਹ ਇਕੱਲੇ ਜਿਨ੍ਹਾਂ ਦੀ ਨੇਟਿਵ ਲੈਂਗੁਏਜ ਪੰਜਾਬੀ ਹੈ, ਇਕੱਲੇ ਉਹ ਹੀ ਨਹੀਂ ਗੇ, ਹੋਰ ਵੀ ਭਾਸ਼ਾਵਾਂ ਵਾਲੇ ਬੈਠੇ ਆ ਵਿਚਾਰੇ। ਸਾਰੀ ਗੱਲਾਂ ਜ਼ਰੂਰੀ ਹੈ। ਅੰਤਰ ਵਟਾਂਦਰਾ, ਵਟਾਂਦਰੇ ਦਾ ਮਤਲਬ ਹੁੰਦਾ ਆਦਾਨ ਪ੍ਰਦਾਨ। ਦੇਖੋ ਭਾਸ਼ਾ ਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਦੋਂ ਹੁੰਦਾ ਹੈ? ਬੁਲਾਰਾ ਅਤੇ ਸਰੋਤਾ ਜਦੋਂ ਦੋਨੇ ਹੋਣ। ਬੁਲਾਰਾ ਮਤਲਬ ਬੋਲਣ ਵਾਲਾ, ਸਰੋਤਾ ਮਤਲਬ ਸੁਣਨ ਵਾਲਾ। ਜਦੋਂ ਦੋਨੇ ਹਾਜ਼ਰ ਹੋਣ, ਹੈ ਨਾ, ਦੋਨਾਂ ਦੀ ਹਾਜ਼ਰੀ ਹੁੰਦੀ ਹੈ, ਤਾਂ ਉਸ ਸਥਿਤੀ ਦੇ ਵਿੱਚ ਅੰਤਰ ਵਟਾਂਦਰਾ, ਇੰਟਰਚੇਂਜੇਬਿਲਿਟੀ ਮਤਲਬ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਸੰਪ੍ਰੇਖਣ ਜਿਹਨੂੰ ਆਪਾਂ ਕਹਿ ਦਿੰਦੇ ਹੁੰਦਾ। ਬਿਜਲੀ ਸਰਕਟ ਹੀ ਹੈ ਇੱਕ ਤਰ੍ਹਾਂ ਦਾ। ਬਿਜਲੀ ਸਰਕਟ ਦੇ ਵਿੱਚ ਐਵੇਂ ਹੀ ਹੁੰਦਾ ਵੀ ਮਤਲਬ ਕੀ ਹੈ ਵੀ ਬਿਜਲੀ ਸਰਕਟ, ਜਦੋਂ ਆਪਾਂ ਉਹ ਬਿਜਲੀ ਦੇ ਸਰਕਟ ਨਾਲ ਇਸ ਚੀਜ਼ ਨਹੀਂ, ਅੰਤਰ ਵਟਾਂਦਰੇ ਨੂੰ ਬਿਜਲੀ ਸਰਕਟ ਦੇ ਨਾਲ ਉਪਮਾਇਆ ਜਾਂਦਾ ਹੈ। ਮਤਲਬ ਕੀ ਆ? ਅੰਤਰ ਵਟਾਂਦਰੇ ਦੀ ਤੁਲਨਾ, ਜਦੋਂ ਆਪਾਂ ਅੰਤਰ ਵਟਾਂਦਰੇ ਦੀ ਗੱਲ ਨੂੰ ਸਮਝਣਾ ਹੋਵੇ, ਉਦੋਂ ਸ਼ਬਦ ਵਰਤਿਆ ਜਾਂਦਾ ਬਿਜਲੀ ਸਰਕਟ। ਬਿਜਲੀ ਸਰਕਟ ਦੇ ਵਿੱਚ ਜਿਹੜੀ ਲਾਈਟ ਹੈ ਉਹ ਦੋਨਾਂ ਪਾਸੇ ਆਉਣ ਜਾਣ ਕਰਦੀ ਹੈ। ਲਾਈਟ ਦੋਨਾਂ ਪਾਸੇ ਆਉਣ ਜਾਣ ਕਰਕੇ ਇਸ ਨੂੰ ਉਵੇਂ ਹੀ ਮਤਲਬ ਵਿਚਾਰ ਹੈ ਜਿਹੜੇ ਭਾਸ਼ਾ ਦੇ ਵਿੱਚ ਦੋਨਾਂ ਪਾਸੇ ਆਉਂਦੇ ਜਾਂਦੇ ਆ। ਬੋਲਣ ਵਾਲਾ ਮੰਨ ਲਓ ਖੜਾ, ਇੱਧਰ ਸੁਣਨ ਵਾਲਾ
वाला खड़ा है, आ जिहड़ा बोलूगा आ सुनूगा, जदों आ बोलूगा फिर आ सुनूगा। मतलब की है भी बुलारा ते वक्ता ते श्रोता, बुलारे का मतलब दूसरा वक्ता मतलब बोलन वाला, वक्ता ते श्रोता दोने बदलते रहंदे हैं। कदी वक्ता श्रोता बन जाता है, कदी श्रोता वक्ता बन जाता है। समझ गए ना गल नूं? जिवें तुसीं हो, मान लो तुसीं किसी नाल गल कर रहे हो तो तुसीं ऐ थोड़ा भी आपदी बकवास ही मारी जाओगे, उहदी भी तो सुनोगे बेचारे दी। जदों तुसीं बोली जाते हो उदों चुप है, मतलब उदों तुसीं वक्ते हो, वो हैगा श्रोता। जदों वो बोलूगा वो वक्ता है, तुसीं श्रोते हो। इहनूं कहा जाता है, इहनूं कहा जाता अंतर वटांदरा, बिजली सर्किट वर्गा अंतर वटांदरा। अगला, हाँ जी, अगली विशेषता है विस्थापन। विस्थापन का मतलब तुहानूं पता ही है, डिसप्लेसमेंट कहंदे आ इहनूं अंग्रेजी दे विच। विस्थापन किवें हुंदा है, की चीज़ है विस्थापन, दसदा तुहानूं। मनुखी भाषा जिहड़ी वो समय स्थान ते संदर्भां तो पारगामी है। अच्छा, तुहानूं पता है भी मनुख की भाषा ते पशुआं की भाषा दे विच यही है। मनुखों की भाषा जिहड़ी वो खुला सिस्टम है, पशुआं की भाषा जिहड़ी वो सीमित है, वो एक बंद सिस्टम है। मतलब की है भी उहदे विच कोई अपने कोई नवा शब्द नहीं जोड़ सकते पशु विचारे। जे मान लो अपने गां जां कोई गां मझ जदों है ना रिंगदी है तो उस स्थिति दे विच की है भी जिहड़ा आवाज़ है जिहड़ी उसदी ਉਹੀ स्थिति च रहूगी। किसी की घट हो सकती है, किसी की वध हो सकती है, पर ਉਹਦੇ ਵਿੱਚ चेंज कोई नहीं आऊगा, है ना। ਉਹਦੀ कोई लंबाई चौड़ाई घट वध सकती है आवाज़ की ਉਹਦੀ, पर ਉਹਦੇ ਵਿੱਚ ਅੱਡ शब्द नहीं ऐड कर सकती। बस ਉਹਦੀ ਉਹ बंद सिस्टम है। पशुओं की भाषा तो मनुख की भाषा ਦੇ ਵਿੱਚ यही बहुत ਵੱਡਾ फर्क है। ਹੁਣ ਇੱਥੇ भी समझो, मनुखी भाषा तो समय स्थान ते संदर्भां तो पारगामी है। इनू कहा जाता विस्थापन होना, डिसप्लेसमेंट होना। विस्थापन एक जगह तो चक के दूसरी जगह ते चीज़ रख देनी, विस्थापन कहा जाता है। मनुखी इहो जिहा एक मनुखी है दुनिया ते इहो जिहा शख्स जिहड़ा पास्ट नूं याद रखदा है, रख सकते हैं आपां, याद है सानूं सारा कुछ साडे पास्ट बारे, जिहड़ा फ्यूचर बारे सोच सकदा है, वर्तमान दे विच सोच रहा है। पशु नहीं इस तरह कर सकते। पशुओं की सोच सिर्फ उदों छिड़ मात्र तक ही सीमित होंदी है, बस उस तो बाद नहीं। पट्ठे तुसी लैके गए, उन्होंने पट्ठे खा ले, बस उस तो बाद वो भुल गए, है ना। ये स्थिति है जिहड़ी, इहनूं कहा जाता विस्थापन, इंग्लिश दे विच जिहनूं आपां डिसप्लेसमेंट कहने आ। सो ये है जिहड़ा भाषा जिहड़ी समय स्थान ते संदर्भां तो पारगामी हो गई है ना। भी आपां नूं देखो समय दे विच आपां पास्ट ते फ्यूचर की गल कर लईए, समय की गल ही होगी। आपां पिछलियां गल्लां नूं चेते रख सकते हैं, फ्यूचर प्लानिंग बना सकते हैं। ये समय तो पारगामी होगी, स्थान तो पारगामी होगी। हुण तां भाषा दे विच, भाषा दी विस्थापन दे विच होर विकास हो गया। कारण जदों तो लिपि का विकास होया तो लिपि ने तो भाषा नूं होर स्थायित्व प्रदान किया है, भाषा होर स्थाई हो गई है। पहलां गल्लां नूं सिर्फ याद करना पैंदा सीगा, याद रखना पैंदा सीगा, बोल बोल के सुन सुन के। हुण किसी गल नूं लिख के छड्ड दो, लिपि दा करके है सारा कुछ। लिपि ने इस चीज़ दे विच होर विकास किया है। अगे आ जी विशेषज्ञता। भाषा की की विशेषज्ञता, विशेष हुंदा ना जिवें स्पैशलाइजेशन। भाषा प्रक्रिया जिहड़ी वो सहज सुभाविक रूप में निरंतर निर्विघन जारी रहिंदी है। मनुखी क्रिया ते भाषाई क्रिया भी जारी रहिंदी है। भाषा की बहुत वड्डी विशेषता। भाषा नूं बोलते समय तुसीं कोई काम कर रहे हो, मान लो है ना, कोई काम करी जाते हो तो नाल किसी नाल गल्लां करी जाते हो, इहनूं कहा जाता भाषा की प्रक्रिया निरंतर जारी रहिंदी है। भाषा दे विच कोई विघन नहीं पऊगा। तुहानूं भाषा नूं बोलण वास्ते अपना काम छड्डण की लोड़ नहीं पैनी। समझ गए कि नहीं। मान लो तुसी कोई काम करी जाते हो, है ना, भी घर दे विच कोई भी तरह का काम है, पशुआं डंगरां नूं मान लो पट्ठे पाई जाते हो। मान लो ਜਿਹੜੀਆਂ ਸਾਡੀਆਂ गर्ल्स है वो मान लो घर दे विच कोई अपनी माँ दे नाल हत्थ वंडाई जांदियां, है ना, आटा गुन्नी जांदियां, रोटी पकाई जांदियां, ते उन्हां नूं बोलण वास्ते मान लो वो बोलदियां कुछ, उन्होंने बोलना कुछ, घर दे जीआं दे नाल कोई विचार वटांदरा करना, उहदे वास्ते काम थोड़ा छड्डना पऊगा उन्हां नूं, नहीं, बिल्कुल नहीं छड्डना पैंदा। वो बोली भी जानी है तो काम भी करी जानी है। इनू कहा जाता है भाषा की प्रक्रिया निरंतर ते सहज रूप में निर्विघन जारी रहिंदी है। मनुखी क्रिया ते भाषाई क्रिया जारी रहिंदी है। मनुखी क्रिया मतलब तुसी जिहड़ा काम कर रहे हो, भाषाई क्रिया जो तुसी बोल रहे हो वो तुसी इक्को टाइम कर सकते हो, ये जारी रहूगा। अगे है जी लास्ट वाला, सभ्याचारक संचारण, कल्चरल ट्रांसमिशन।
ਭਾਸ਼ਾਈ ਪਰੰਪਰਾਵਾਂ ਜਿਹੜੀਆਂ ਉਹ ਕੀ ਕਰਦੀਆਂ ਜੀ, ਪੀੜ੍ਹੀ ਦਰ ਪੀੜ੍ਹੀ ਸੱਭਿਆਚਾਰਕ ਤੌਰ 'ਤੇ ਸੰਚਾਰਿਤ ਜਾਂ ਰੂਪਾਂਤਰਿਤ ਹੁੰਦੀਆਂ ਰਹਿੰਦੀਆਂ ਹਨ। ਭਾਸ਼ਾ ਦੇ ਇੱਕ ਕਾਲ ਬਿੰਦੂ ਉੱਪਰ ਕਈ ਪੀੜ੍ਹੀਆਂ ਦਾ ਪਰਸਪਰ ਮੇਲ ਹੁੰਦਾ ਹੈ। ਇਹ ਗੱਲ ਨੂੰ ਤੁਸੀਂ ਸਮਝੋ। ਦੇਖੋ ਜੀ, ਭਾਸ਼ਾ ਹੈ ਜਿਹੜੀ ਉਹ ਪੀੜ੍ਹੀ ਸਮ ਪੀੜ੍ਹੀ ਜਿਹੜੀ ਸੱਭਿਆਚਾਰਕ ਤੌਰ 'ਤੇ ਸੰਚਾਰਿਤ ਜਾਂ ਰੂਪਾਂਤਰਿਤ ਹੁੰਦੀ ਹੈ। ਤੁਸੀਂ ਇਹ ਜਿਹੜੀ ਭਾਸ਼ਾ ਸਿੱਖੀ, ਜਦੋਂ ਪਹਿਲੀ ਭਾਸ਼ਾ ਤੁਸੀਂ ਆਪਣੇ ਮਾਂ ਪਿਓ ਮਤਲਬ ਤੁਹਾਡੇ ਤੋਂ ਪਹਿਲਾਂ ਵਾਲੀ ਪੀੜ੍ਹੀ ਤੋਂ ਸਿੱਖੀ, ਉਸ ਤੋਂ ਪਹਿਲਾਂ ਵਾਲੀ। ਹੁਣ ਅੱਛਾ, ਇੱਕ ਹੋਰ ਤੁਸੀਂ ਗੱਲ ਸੁਣੋ। ਭਾਸ਼ਾ ਦੇ ਇੱਕ ਕਾਲ ਬਿੰਦੂ ਉੱਪਰ ਮੰਨ ਲਓ ਇਸ ਮੌਕੇ ਇਸ ਕਾਲ ਬਿੰਦੂ ਦੀ ਗੱਲ ਕਰ ਲਈਏ, ਠੀਕ ਆ। ਇਸ ਕਾਲ ਬਿੰਦੂ 'ਤੇ ਇੱਕ ਪੀੜ੍ਹੀ ਦਾ ਨਹੀਂ ਹੁੰਦਾ ਗਾ, ਹਾਂ। ਮੰਨ ਲਓ ਇਸ ਕਾਲ ਦੀ ਕਾਲ ਬਿੰਦੂ ਕਿਹੜਾ, ਜਿਹੜਾ ਚੱਲੀ ਜਾਂਦਾ ਸਨ ਸਾਡਾ, ਠੀਕ ਹੈ, 2022 ਦੀ ਗੱਲ ਆਪਾਂ ਕਰੀਏ। ਇਸ ਕਾਲ ਬਿੰਦੂ 'ਤੇ ਤੁਸੀਂ ਕਹੋ ਬਈ ਅਸੀਂ ਜਿਹੜੀ ਭਾਸ਼ਾ ਬੋਲਦੇ ਹਾਂ, ਸਾਡੇ ਘਰ ਦੇ ਵਿੱਚ ਕਿੰਨੀਆਂ ਪੀੜ੍ਹੀਆਂ ਜਿੰਦਾ ਹੋ ਸਕਦਾ। ਤੁਹਾਡੇ ਦਾਦਾ ਦਾਦੀ 'ਚ ਕੋਈ ਇੱਕ ਜਿੰਦਾ ਹੋਵੇ, ਇੱਕ ਪੀੜ੍ਹੀ ਜਿੰਦੀ ਹੈ। ਮਾਤਾ ਪਿਤਾ ਤਾਂ ਰੱਬ ਸੁੱਖ ਰੱਖੇ ਜਿਉਂਦੇ ਹੁਣ, ਸਭ ਦੇ ਮਾਤਾ ਪਿਤਾ ਹੋ ਗਏ ਤੁਹਾਡੇ, ਅਤੇ ਤੁਸੀਂ ਹੋ ਗਏ। ਲਓ 3 ਪੀੜ੍ਹੀਆਂ ਹੋ ਗਈਆਂ। ਆ ਚੱਕੋ, ਇਹਨੂੰ ਕਿਹਾ ਜਾਂਦਾ ਹੈ, ਇਹਨੂੰ ਕਿਹਾ ਵੀ ਭਾਸ਼ਾ ਦੇ ਇੱਕ ਕਾਲ ਬਿੰਦੂ ਉੱਪਰ ਕਈ ਪੀੜ੍ਹੀਆਂ ਦਾ ਪਰਸਪਰ ਮੇਲ ਹੁੰਦਾ ਹੈ। ਮਤਲਬ ਇੱਕ ਕਾਲ ਬਿੰਦੂ ਦੇ ਉੱਪਰ ਭਾਸ਼ਾ ਦੇ ਜਦੋਂ ਆਪਾਂ ਗੱਲ ਕਰੀਏ, ਉਦੋਂ ਇੱਕ ਕਾਲ ਬਿੰਦੂ ਮਤਲਬ 2022 ਦੇ ਵਿੱਚ ਕੇਵਲ ਤੁਸੀਂ ਇਕੱਲੇ ਹੀ ਨਹੀਂ ਭਾਸ਼ਾ ਦੇ ਵਿੱਚ ਹੈਗੇ, ਭਾਸ਼ਾ ਦੇ ਨਾਲ ਉਸ ਦੇ ਨਾਲ ਸੰਬੰਧਿਤ ਤੁਹਾਡੇ ਮਾਤਾ ਪਿਤਾ ਵੀ ਹੈ, ਅਤੇ ਜੇ ਤੁਹਾਡੇ ਦਾਦਾ ਦਾਦੀ 'ਚ ਕੋਈ ਜਿਉਂਦਾ ਤਾਂ ਉਹ ਵੀ ਹੈ। ਅਤੇ ਜੇ ਮੰਨ ਲਓ ਰੱਬ ਸੁੱਖ ਰੱਖੇ ਤੁਹਾਡੀ ਮੈਰਿਜ ਹੋ ਚੁੱਕੀ ਹੈ ਤਾਂ ਇੱਕ ਪੀੜ੍ਹੀ ਹੋਰ ਵੀ ਹੋ ਸਕਦੀ ਹੈ ਨਾ। ਮੈਰਿਜ ਹੋ ਚੁੱਕੀ ਹੈ, ਬਾਲ ਬੱਚੇ ਵਾਲੇ ਜੇ ਤੁਸੀਂ ਹੋ ਚੁੱਕੇ ਹੋ ਤਾਂ ਇੱਕ ਹੋਰ ਪੀੜ੍ਹੀ ਆ ਲਓ ਐਡ ਹੋ ਗਈ। ਆ ਚੱਕੋ, ਇੰਨੀਆਂ ਮਤਲਬ ਇੱਕ ਕਾਲ ਖੰਡ ਦੇ ਕਾਲ ਬਿੰਦੂ ਦੇ ਉੱਪਰ ਕਈ ਪੀੜ੍ਹੀਆਂ ਦਾ ਪਰਸਪਰ ਮੇਲ ਹੋ ਜਾਂਦਾ ਹੈ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਹੋ ਗਈਆਂ ਕਲੀਅਰ, ਸਾਰੀਆਂ ਗੱਲਾਂ ਚੇਤੇ ਰੱਖਣੀਆਂ ਤੁਸੀਂ, ਸਾਰੀਆਂ ਬਹੁਤ ਕੰਮ ਦੀਆਂ ਗੱਲਾਂ। ਇਹ ਭਾਸ਼ਾ ਦੀ ਗੱਲ ਹੀ ਕੀਤੀ ਹੈ, ਹਜੇ ਪੰਜਾਬੀ ਭਾਸ਼ਾ ਦੀ ਗੱਲ ਨਹੀਂ ਕੀਤੀ ਗਈ ਹਜੇ। ਮੈਂ ਪੰਜਾਬੀ ਭਾਸ਼ਾ ਦੀ ਗੱਲ ਮੈਂ ਇੱਥੇ ਕਰੂੰਗਾ। ਦੇਖੋ, ਇੱਥੇ ਸਭ ਤੋਂ ਪਹਿਲਾਂ ਨਿਕਾਸ ਦੀ ਗੱਲ ਕਰੂੰਗਾ, ਪਹਿਲਾਂ ਤੁਹਾਨੂੰ ਸਮਝਾ ਦਿੰਦਾ, ਫਿਰ ਮੈਂ ਵਿਕਾਸ ਦੀ ਗੱਲ ਕਰੂੰਗਾ ਇਹਦੀ, ਫਿਰ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਵੀ ਦੱਸੂੰਗਾ। ਵਿਕਾਸ ਤੋਂ ਬਾਅਦ ਵਿਸ਼ੇਸ਼ਤਾਵਾਂ ਵੀ ਹੈਗੀਆਂ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਹਾਲਾਂਕਿ ਇੱਥੇ ਮੈਂ ਜ਼ਿਆਦਾ ਨਹੀਂ ਇਕੱਠੀਆਂ ਕਰ ਸਕਿਆ, ਪਰ ਜਦੋਂ ਆਪਾਂ ਵਿਆਕਰਣ ਪੜ੍ਹਦੇ ਜਾਵਾਂਗੇ ਕਾਮਨ, ਉਦੋਂ ਵਿਸ਼ੇਸ਼ਤਾਵਾਂ ਹੋਰ ਆਉਂਦੀਆਂ ਜਾਣਗੀਆਂ, ਉਹ ਵੀ ਕਲੀਅਰ ਹੋ ਜਾਣਗੀਆਂ। ਤੁਹਾਡਾ ਪ੍ਰਸ਼ਨ ਨਹੀਂ ਕਦੇ ਵੀ ਗਲਤ ਹੋਊਗਾ ਕਿਤੇ ਵੀ। ਲਓ, ਆਹ ਕੁਛ ਆਪਾਂ ਪੜ੍ਹਨਾ ਅੱਜ ਦੀ ਤਰੀਕ ਵਿੱਚ। ਮਿਲਦੇ ਹਾਂ ਅਗਲੀ ਕਲਾਸ ਲੈ ਕੇ ਜਲਦੀ ਜੀ। ਸਤਿ ਸ੍ਰੀ ਅਕਾਲ।